ਜਸ ਟੀਵੀ ਦੇਖ ਰਹੇ ਹੋ ਤੁਸੀਂ। ਮੈਂ KP ਸਿੰਘ ਟੂ ਦਾ ਪੁਆਇੰਟ ਤੁਹਾਡਾ ਸਭ ਦਾ ਸਵਾਗਤ ਕਰਦਾ। ਅਕਸਰ ਇਹ ਕਿਹਾ ਜਾਂਦਾ ਕਿ ਦਿੱਲੀ ਦੂਰ ਹੈ, ਤੇ ਜਦੋਂ ਦਿੱਲੀ ਦੂਰ ਵਾਲਾ ਸਵਾਲ ਪੰਜਾਬ ਵਿੱਚ ਆਉਂਦਾ ਤੇ ਉਦੋਂ ਵਾਕਈ ਲੱਗਦਾ ਦਿੱਲੀ ਦੂਰ ਹੈ। ਮਿਲਿਆ ਤਾਂ ਜਾਂਦਾ ਹੈ ਪੰਜਾਬ ਵੱਲੋਂ ਦਿੱਲੀ ਨੂੰ, ਪਰ ਦਿੱਲੀ ਦਾ ਦਿਲ ਹੈ ਜਿਹੜਾ ਪੰਜਾਬ ਨਾਲ ਕਿੰਨਾ ਮਿਲਦਾ ਹੈ, ਸਵਾਲ ਕੇਂਦਰ ਸਰਕਾਰ ਤੱਕ ਲਗਾਤਾਰ ਉੱਠਦਾ ਹੈ। ਕਦੇ ਫੰਡਸ ਦਾ ਮੁੱਦਾ ਆਉਂਦਾ, ਕਦੇ ਨੀਤੀ ਦੇ ਉੱਤੇ ਰਾਜਨੀਤੀ ਭਾਰੀ ਪੈ ਜਾਂਦੀ ਹੈ। ਉਹ ਸਾਰੇ ਸਵਾਲ ਸਾਡੇ ਸਾਹਮਣੇ ਖੜੇ ਹੋ ਜਾਂਦੇ ਆ ਤੇ ਉਦੋਂ ਇਹ ਸਵਾਲ ਪੁੱਛਣਾ ਪੈਂਦਾ, ਕਿਉਂ ਨਹੀਂ ਮਿਲਦੇ ਦਿਲ। ਗੱਲ ਸੰਘੀ ਢਾਂਚੇ ਦੀ ਹੁੰਦੀ ਹੈ, ਗੱਲ ਖੁਦਮੁਖਤਿਆਰੀ ਦੀ ਹੁੰਦੀ ਹੈ, ਤੇ ਇਹਦੇ ਵਿਚਾਲੇ ਵੱਡਾ ਸਵਾਲ ਇਹ ਆ ਜਾਂਦਾ ਹੈ ਕਿ ਸੂਬੇ ਤੇ ਕੇਂਦਰ ਦੀ ਸਾਂਝ ਵਾਲਾ ਢਾਂਚਾ ਦਿਨੋਂ ਦਿਨ ਵਿਗੜਦਾ ਕਿਉਂ ਜਾ ਰਿਹਾ ਹੈ। ਇਸੇ ਸਵਾਲ ਤੇ ਬਹਿਸ ਕਰਾਂਗੇ, ਬਹਿਸ ਨਹੀਂ ਕਰਾਂਗੇ, ਚਰਚਾ ਕਰਾਂਗੇ, ਕਿਉਂਕਿ ਜਿਹੜੇ ਵਿਦਵਾਨ ਸਾਡੇ ਨਾਲ ਇਸ ਵਕਤ ਮੌਜੂਦ ਹੈ ਕਿ ਉਹਨਾਂ ਬਾਰੇ ਤੁਸੀਂ ਸਾਰੇ ਚੰਗੀ ਤਰ੍ਹਾਂ ਜਾਣਦੇ ਹੋ। ਪ੍ਰੋਫੈਸਰ ਅਵਨਾਸ਼ ਸਿੰਘ ਸੀਨੀਅਰ ਜਰਨਲਿਸਟ ਨੇ, ਤੇ ਇਹ ਪੱਤਰਕਾਰਤਾ ਦੇ ਇਹਨਾਂ ਨੇ ਬਹੁਤ ਸਾਰੇ ਵਿਦਿਆਰਥੀ ਵੀ ਤਿਆਰ ਕੀਤੇ ਆ, ਤੇ ਇਸ ਤੋਂ ਵਧੇਰੇ ਆ ਜਿਹੜਾ ਉਹ ਤੁਹਾਨੂੰ ਇਹਨਾਂ ਬਾਰੇ ਪਤਾ ਲੱਗਦਾ ਰਹਿੰਦਾ ਅਕਸਰ ਜੋ TV ਡਿਬੇਟ ਵਿੱਚ ਸ਼ਾਮਲ ਹੁੰਦੇ ਨੇ। ਪ੍ਰੋਫੈਸਰ ਅਵਨਾਸ਼ ਸਿੰਘ, ਤੁਹਾਡਾ ਬਹੁਤ ਸਵਾਗਤ ਹੈ ਸਰ। ਪ੍ਰੋਫੈਸਰ ਮੁਹੰਮਦ ਖਾਲਿਦ ਇਹ ਰਾਜਨੀਤੀ ਸ਼ਾਸਤਰ ਦੇ ਸਟੂਡੈਂਟ ਤਿਆਰ ਕਰਦੇ ਆ, ਤੇ ਮੁਹੰਮਦ ਖਾਲਿਦ ਹਰਾਂ ਦਾ ਬੜਾ ਲੰਬਾ ਤਜਰਬਾ ਤੇ ਬੜੇ ਲੰਬੇ ਸਮੇਂ ਤੋਂ TV ਡਿਬੇਟਸ ਵਿੱਚ ਤੁਸੀਂ ਇਹਨਾਂ ਨੂੰ ਦੇਖਦੇ ਹੋ, ਬਹੁਤ ਸਾਰੇ ਇਹਨਾਂ ਦੇ ਪੇਪਰ ਵੀ ਛਾਪਦੇ ਰਹਿੰਦੇ ਆ। ਮੁਹੰਮਦ ਖਾਲਿਦ ਸਰ, ਬਹੁਤ ਸਵਾਗਤ ਹੈ ਸਰ ਤੁਹਾਡਾ, ਪੋਲੀਟੀਕਲ ਐਨਲਿਸਟ ਨੇ। ਪ੍ਰੋਫੈਸਰ ਰੌਣਕੀ ਰਾਮ ਇਹ ਰਾਜਨੀਤੀ ਸ਼ਾਸਤਰ ਨੂੰ ਜਿੰਨਾ ਨੇੜਿਓਂ ਦੇਖਦੇ ਆ ਤੇ ਰਾਜਨੀਤੀ ਨੂੰ ਵੀ ਬਹੁਤ ਨੇੜਿਓਂ ਦੇਖਦੇ ਆ, ਤੇ ਕਿਉਂਕਿ ਰਾਜਨੀਤੀ ਦੇ ਵਿੱਚ ਖੁਦ ਛਲਾਂਗ ਵੀ ਮਾਰ ਕੇ ਆਏ ਹੋਏ ਆ। ਪ੍ਰੋਫੈਸਰ ਰੌਣਕੀ ਰਾਮ ਹਰਾਂ ਦਾ ਬੜਾ ਲੰਬਾ ਤਜਰਬਾ ਤੇ ਇਹਨਾਂ ਨੂੰ ਪਤਾ ਕਿ ਰਾਜਨੀਤੀ ਕਿਸ ਤਰੀਕੇ ਨਾਲ ਚੱਲਦੀ ਹੈ, ਨੀਤੀ ਤੇ ਕਿਵੇਂ ਭਾਰੂ ਪੈਂਦੀ ਹੈ। ਇਹ ਸੰਘੀ ਢਾਂਚੇ ਦੀ ਅਕਸਰ ਇਹ ਗੱਲ ਕਰਦੇ ਰਹਿੰਦੇ। ਪ੍ਰੋਫੈਸਰ ਰੌਣਕੀ ਰਾਮ ਸਰ, ਬਹੁਤ ਸਵਾਗਤ ਹੈ ਸਰ ਤੁਹਾਡਾ। ਪ੍ਰੋਫੈਸਰ ਮਨਜੀਤ ਸਿੰਘ ਇਹ ਵੀ ਰਾਜਨੀਤੀ ਵਿੱਚ ਜਾ ਕੇ ਆਏ ਹੋਏ ਆ, ਇਹਨਾਂ ਨੂੰ ਪਤਾ ਕਿ ਰਾਜਨੀਤੀ ਸ਼ਾਸਤਰ ਕੀ ਕਹਿੰਦਾ ਤੇ ਸੂਬੇ ਤੇ ਕੇਂਦਰ ਦੀ ਦੂਰੀ ਘਟਦੀ ਕਿਉਂ ਨਹੀਂ, ਦਿਲਾਂ 'ਚ ਦੂਰੀਆਂ ਕਿਉਂ ਨਹੀਂ ਮਿਟਦੀਆਂ ਪਈਆਂ। ਅਕਸਰ ਕਹਿੰਦੇ ਆ ਕਿ ਹੱਥ ਤਾਂ ਮਿਲਦੇ ਪਏ ਪਰ ਦਿਲ ਨਹੀਂ ਮਿਲਦੇ। ਪ੍ਰੋਫੈਸਰ ਮਨਜੀਤ ਸਿੰਘ ਵਾਰ-ਵਾਰ ਇਹ ਗੱਲ ਚੁੱਕਦੇ ਆ। ਪ੍ਰੋਫੈਸਰ ਮਨਜੀਤ ਸਿੰਘ ਪੋਲੀਟੀਕਲ ਐਨਲਿਸਟ ਨੇ। ਪ੍ਰੋਫੈਸਰ ਮਨਜੀਤ ਸਿੰਘ, ਤੁਹਾਡਾ ਬਹੁਤ ਸਵਾਗਤ ਹੈ ਸਰ। ਬਹੁਤ ਧੰਨਵਾਦ। ਡਾਕਟਰ ਖਾਲਿਦ ਸਾਹਿਬ ਤੋਂ ਪਹਿਲਾਂ ਸਵਾਲ ਤੁਹਾਨੂੰ ਕਰਨਾ ਚਾਹੂੰਗਾ। ਡਾਕਟਰ ਖਾਲਿਦ, ਪੰਜਾਬ ਤੇ ਦਿੱਲੀ ਦੀ ਦੂਰੀ ਹੈ ਜਿਹੜੀ ਉਹ ਮਿਟਦੀ ਕਿਉਂ ਨਹੀਂ ਪੈਂਦੀ, ਮਿਟਦੀ ਕਿਉਂ ਨਹੀਂ ਸਰ? ਨਹੀਂ, ਪੰਜਾਬ ਤੇ ਦਿੱਲੀ ਦੀ ਦੂਰੀ ਕਦੇ ਵੀ ਨਹੀਂ ਮਿਟੀ। ਕਿਉਂ ਨਹੀਂ ਮਿਟੀ? ਹਮੇਸ਼ਾ ਤੋਂ ਹੀ ਦਿੱਲੀ ਪੰਜਾਬ ਤੋਂ ਬਹੁਤ ਦੂਰ ਰਹੀ ਹੈ ਔਰ ਪੰਜਾਬ ਦਿੱਲੀ ਤੋਂ ਬਹੁਤ ਦੂਰ ਰਿਹਾ। ਵਜ੍ਹਾ ਔਰ ਹੁਣ ਵੀ ਹੈ। ਔਰ ਮੈਂ ਸਿਰਫ ਪੰਜਾਬ ਦੀ ਗੱਲ ਨਹੀਂ ਕਰ ਰਿਹਾ, ਸੂਬੇ ਜਿਹੜੇ ਹੈਗੇ ਆ ਉਹ ਦਿੱਲੀ ਤੋਂ ਦੂਰ ਹੁੰਦੇ ਚਲੇ ਜਾ ਰਹੇ ਹੈ। ਔਰ ਪਹਿਲਾਂ ਉਹਨਾਂ ਦੀ ਸਪੀਡ ਘੱਟ ਸੀਗੀ, ਹੁਣ ਬਹੁਤ ਜ਼ਿਆਦਾ ਵੱਧ ਗਈ ਹੈ। ਖਾਸ ਤੌਰ ਪਰ ਕੁਝ ਇਸ ਤਰ੍ਹਾਂ ਦੇ ਫੈਸਲੇ ਪਿਛਲੇ ਕੁਝ ਸਾਲਾਂ ਦੇ ਵਿੱਚ ਲੈਤੇ ਗਏ ਹੈ ਜਿਹਦੇ ਨਾਲ ਸਟੇਟਾਂ ਤੇ ਕੇਂਦਰ ਦੀ ਦੂਰੀ ਬਹੁਤ ਜ਼ਿਆਦਾ ਵੱਧ ਗਈ ਹੈ। ਮੈਂ 3 ਮੁੱਖ ਫੈਸਲੇ, ਡੀਮੋਨੇਟਾਈਜੇਸ਼ਨ ਜਿਹਦੇ ਵਿੱਚ ਕੇਂਦਰ ਨੇ ਫੈਸਲਾ ਲੈਤਾ, ਸਟੇਟਾਂ ਨੂੰ ਬਿਲਕੁਲ ਨਹੀਂ ਪੁੱਛਿਆ ਕਿਸੇ ਤਰ੍ਹਾਂ ਨਾਲ ਵੀ। ਕੋਵਿਡ ਦੇ ਦੌਰਾਨ ਡਿਜ਼ਾਸਟਰ ਮੈਨੇਜਮੈਂਟ ਐਕਟ ਦੇ ਅੰਡਰ ਜੋ ਸਟੇਟਾਂ ਨੂੰ ਮਿਊਨਿਸਪੈਲਿਟੀਆਂ ਬਣਾ ਕੇ ਛੱਡਿਆ, ਔਰ GST, ਇਹ ਸਾਰੇ। ਇਸ ਤੋਂ ਇਲਾਵਾ ਹੋਰ ਬਹੁਤ ਸਾਰੇ ਫੈਸਲੇ ਇਸ ਤਰ੍ਹਾਂ ਦੇ ਹੋ ਰਹੇ ਹਨ ਜਿਹਦੇ ਨਾਲ ਕੇਂਦਰ ਤੇ ਪੰਜਾਬ ਦੀ ਦੂਰੀ, ਕੇਂਦਰ ਤੇ ਰਾਜਾਂ ਦੀ ਦੂਰੀ ਜਿਹੜੀ ਹੈਗੀ ਆ ਵੱਧਦੀ ਚਲੀ ਜਾ ਰਹੀ ਹੈ, ਔਰ ਕੇਂਦਰ ਉਹਦੀ ਪਰਵਾਹ ਵੀ ਨਹੀਂ ਕਰ ਰਿਹਾ। ਡਾਕਟਰ ਖਾਲਿਦ ਮੈਂ ਇੱਕ ਚੀਜ਼ ਤੁਹਾਡੇ ਤੋਂ ਜ਼ਰੂਰ ਸਮਝਾਉਣਾ। ਡਾਕਟਰ ਖਾਲਿਦ, ਸਾਡੇ ਅੱਗੇ ਸਵਾਲ ਇਹ ਰੱਖਿਆ ਜਾਂਦਾ ਹੈ ਕਿ ਗੈਰ ਭਾਜਪਾ ਸਰਕਾਰਾਂ ਦਾ ਰੋਲ ਹੈ, ਪਰ ਜਿਹੜੇ 3 ਮੁੱਖ ਵਿਸ਼ੇ ਤੁਸੀਂ ਗਿਣਾਏ ਉਹਦੇ ਵਿੱਚ ਸਾਰੀਆਂ ਸਰਕਾਰਾਂ ਸਰ ਫਿਰ ਸਟੇਟ ਦੀਆਂ। ਬਿਲਕੁਲ, ਉਹਦੇ ਵਿੱਚ ਦੇਖੋ ਜਿਹੜੇ 3 ਮੈਂ ਚੀਜ਼ਾਂ ਗਿਣਾਈਆਂ ਉਹਦੇ ਵਿੱਚ ਤਾਂ ਸਾਰੇ ਸਟੇਟ ਸੀਗੇ, ਲੇਕਿਨ ਜਿੱਥੇ ਉਸ ਪਾਰਟੀ ਦੀ ਸਰਕਾਰ ਹੈ ਜਿਹਦੀ ਕੇਂਦਰ ਦੇ ਵਿੱਚ ਵੀ ਹੈ ਤੇ ਸਟੇਟ ਦੇ ਵਿੱਚ ਵੀ ਹੈ, ਉੱਥੇ ਉਹ ਬੋਲਦੇ ਨਹੀਂ ਕਿਉਂਕਿ ਉਹਨਾਂ ਦਾ ਇੰਟਰਨਲ ਮੈਕੈਨਿਜ਼ਮ ਹੈ। ਲੇਕਿਨ ਇਹਨਾਂ ਦਾ ਜ਼ਿਆਦਾ ਮਹਿਸੂਸ ਹੁੰਦਾ ਹੈ ਜਿੱਥੇ ਨੌਨ BJP ਜਾਂ ਨੌਨ ਉਹ ਸਰਕਾਰਾਂ ਜਿਹੜੀ ਕੇਂਦਰ ਦੇ ਵਿੱਚ ਡਿਫਰੈਂਟ ਹੈ ਤੇ ਸਟੇਟ ਦੇ ਵਿੱਚ ਡਿਫਰੈਂਟ ਪੋਲੀਟੀਕਲ ਪਾਰਟੀ, ਉੱਥੇ ਜ਼ਿਆਦਾ ਮਹਿਸੂਸ ਹੁੰਦਾ ਹੈ। ਔਰ ਜਿਸ ਤਰੀਕੇ ਦੇ ਨਾਲ ਗਵਰਨਰਾਂ ਦਾ ਇਸਤੇਮਾਲ ਕੀਤਾ ਜਾ ਰਿਹਾ ਹੈ ਸਟੇਟਾਂ ਨੂੰ ਹੋਰ ਜ਼ਿਆਦਾ ਦੂਰ ਕਰਨ ਵਾਸਤੇ, ਗਵਰਨਰਾਂ ਨੂੰ ਜਿਸ ਤਰੀਕੇ ਦੇ ਨਾਲ ਇੱਕ ਮੋਹਰੇ ਬਣਾ ਕੇ, ਪਹਿਲਾਂ ਅਸੀਂ ਕਹਿੰਦੇ ਹੁੰਦੇ ਸੀ ਗਵਰਨਰ ਇੱਕ ਜਾਸੂਸ ਦਾ ਕੰਮ ਕਰਦੇ ਆ, ਇੱਕ ਏਜੰਟ ਦਾ ਕੰਮ ਕਰਦੇ ਆ, ਹੁਣ ਤਾਂ ਗਵਰਨਰ ਨੂੰ ਡੰਡਾ ਦੇ ਕੇ ਭੇਜਿਆ ਜਾਂਦਾ ਹੈ ਵੀ ਲੈ ਵੀ ਤੁਸੀਂ ਫਲਾਣੇ ਨੂੰ ਸਿੱਧਾ ਕਰਨਾ ਹੈ, ਔਰ ਉਹਦੇ ਵਾਸਤੇ ਤੁਸੀਂ ਚਾਹੇ ਯੂਨੀਵਰਸਿਟੀਆਂ ਦੇ ਵਾਈਸ ਚਾਂਸਲਰ ਆਪਣੀ ਮਰਜ਼ੀ ਦੇ ਲਾਓ, ਚਾਹੇ ਤੁਸੀਂ ਉਹਨਾਂ ਦੇ ਬਿੱਲ ਜਿਹੜੇ ਪਾਸ ਹੁੰਦੇ ਆ ਲੈਜਿਸਲੇਚਰ ਦੇ ਵਿੱਚ ਉਹਦੇ ਉੱਪਰ ਬੈਠ ਜਾਓ, ਕੋਈ ਡਿਸੀਜਨ ਨਾ ਲਵੋ, ਚਾਹੇ ਆਪ ਉਧਰੇ ਪੂਰੇ ਸਟੇਟ ਦੇ ਵਿੱਚ ਦੌਰੇ ਕਰਦੇ ਰਹੋ, ਤੁਹਾਨੂੰ ਕੋਈ ਨਹੀਂ ਪੁੱਛੂਗਾ, ਅਸੀਂ ਤੁਹਾਡੇ ਪਿੱਛੇ ਖੜੇ ਆ। ਔਰ ਸਟੇਟ ਗਵਰਨਮੈਂਟਾਂ ਜਿਹੜੀਆਂ ਹੈਗੀਆਂ ਉਹ ਲਾਚਾਰ ਹੋ ਕੇ ਦੇਖ ਰਹੀਆਂ ਨੇ ਕਿ ਸਾਡੇ ਨਾਲ ਹੋ ਕੀ ਰਿਹਾ ਹੈ। ਔਰ ਇਹ ਖਾਸ ਤੌਰ ਪਰ ਜਿਹੜੀਆਂ ਨੌਨ BJP ਸਰਕਾਰਾਂ ਹੈਗੀਆਂ ਉਹਨਾਂ ਦੇ ਵਿੱਚ ਕਾਫੀ ਜ਼ਿਆਦਾ ਮਹਿਸੂਸ ਕੀਤਾ ਜਾ ਰਿਹਾ ਹੈ। ਔਰ ਆਪਾਂ ਰੋਜ਼ ਦੇਖਦੇ ਹਾਂ, ਚਾਹੇ ਉਹ ਵੈਸਟ ਬੰਗਾਲ ਹੈ, ਚਾਹੇ ਤਾਮਿਲਨਾਡੂ ਹੈ, ਚਾਹੇ ਕੇਰਲਾ ਹੈਗਾ,
ਹੁਣ ਦਿੱਲੀ ਹੈ, ਪੰਜਾਬ ਹੈ, ਹਰ ਜਗ੍ਹਾ ਦੇ ਉੱਪਰ ਗਵਰਨਰ ਜਿਹੜੇ ਹੈਗੇ ਆ ਉਹ ਇੱਕ ਤਰੀਕੇ ਦੇ ਨਾਲ ਸੈਂਟਰ ਦੀ ਜਿਹੜਾ ਡੰਡਾ ਹੈ ਉਹਨੂੰ ਚਲਾਉਂਦੇ ਆ, ਉਹਦੀ ਰਿਟ ਨੂੰ ਰਨ ਕਰਦੇ ਆ, ਜਿਹੜਾ ਕਿ ਇੱਕ ਅਨਕਨਸਟੀਟਿਊਸ਼ਨਲ ਹੈ ਔਰ ਸੰਵਿਧਾਨ ਦੀ ਮਰਿਆਦਾ ਦੇ ਅਗੇਂਸਟ ਹੈ। ਸੰਵਿਧਾਨ ਬੇਸ਼ੱਕ ਕੇਂਦਰ ਨੂੰ ਮਜ਼ਬੂਤ ਰੱਖਣਾ ਚਾਹੁੰਦਾ ਸੀਗਾ, ਲੇਕਿਨ ਉਸ ਜਿਹੜਾ ਹੈਗਾ ਸਟੇਟਾਂ ਨੂੰ ਮਿਊਨਿਸਪੈਲਿਟੀਆਂ ਬਣਾਉਣਾ ਨਹੀਂ ਚਾਹੁੰਦਾ ਤਾਂ ਘੱਟੋ ਘੱਟ ਜਿਹੜੀਆਂ ਕਿ ਬਣਦੀਆਂ ਇੱਕ ਵਾਰ ਦੇਖ ਚੁੱਕੇ। ਚਲੋ ਪ੍ਰੋਫੈਸਰ ਰਾਜ ਸਿੰਘ, ਡਾਕਟਰ ਖਾਲਿਦ ਹਰਾ ਨੇ ਇਹ ਸਵਾਲ ਚੁੱਕਿਆ ਕਿ ਸਟੇਟ ਗਵਰਨਮੈਂਟਸ ਹੈ ਉਹ ਲਾਚਾਰ ਨਜ਼ਰ ਆ ਰਹੀਆਂ। ਜਦੋਂ ਸੰਵਿਧਾਨ ਦੀ ਗੱਲ ਕਰਦੇ ਕਹਿੰਦੇ ਸੰਵਿਧਾਨ ਜ਼ਰੂਰ ਕੇਂਦਰ ਨੂੰ ਮਜ਼ਬੂਤ ਬਣਾਉਣਾ ਚਾਹੁੰਦਾ ਸੀ ਪਰ ਸਟੇਟ ਨੂੰ ਮਿਊਨਿਸਪੈਲਿਟੀਜ਼ ਨਹੀਂ ਬਣਾਉਣਾ ਚਾਹੁੰਦਾ ਸੀ। ਪ੍ਰੋਫੈਸਰ ਰਾਜ ਸਿੰਘ, ਸੰਵਿਧਾਨ ਤੇ ਕਾਨੂੰਨ ਹੈ ਨਾ ਦੇਸ਼ ਵਿੱਚ ਸਰ, ਫਿਰ ਸਰ ਸਾਨੂੰ ਉਹਦੇ ਤੇ ਵਿਸ਼ਵਾਸ ਕਿਉਂ ਨਹੀਂ ਹੈਗਾ ਕਿ ਸੰਵਿਧਾਨ ਤੇ ਕਾਨੂੰਨ ਸਾਡੀਆਂ ਸਟੇਟ ਗਵਰਨਮੈਂਟਸ ਦੀ ਰਾਖੀ ਕਰ ਸਕਦੀਆਂ ਨੇ? ਸਟੇਟ ਗਵਰਨਮੈਂਟਸ ਰੋਲਾ ਹੀ ਰੋਲਾ ਪਾਈ ਜਾਂਦੀਆਂ ਸਰ, ਸਾਡੇ ਕੇਂਦਰ ਨਹੀਂ ਸੁਣਦਾ, ਕੇਂਦਰ ਨਹੀਂ ਸੁਣਦਾ। ਸਰ देखो संविधान की जो गल करोगे ना, मैं पहली गल कहांगा सैकुलर सोशलिस्ट रिपब्लिक। एक तो हुण इस वेले असी सैकुलरिज्म दे धज्जियां उड़ा रहे हैं जिहड़े तुसी सेंटर की गल करते हो। दूसरी जे तुसी गल करो भी स्टेट्स नूं, डॉक्टर साहब ने कहा भी असी म्यूनसिपैलिटीज बना के रख दिता। असी तो एग्जाम्पल दिल्ली दी लै लीए, तुसी कहा कि दिल्ली दूर है, दिल्ली तो दिल्ली वाले लिए, केजरीवाल गवर्नमेंट लिए दिल्ली दूर है, क्योंकि जो वो करना चाहते हैं उन्होंने लेफ्टिनेंट गवर्नर नहीं करन दूगा। जे लॉ एंड ऑर्डर है तो पुलिस जी है वो सेंटर के कोल है। कोई होर फैसला है, कोई उन्होंने अपनी गवर्नमेंट का फैसला है, कोई सैक्रटरीज ने, सैक्रटरीज जिहड़े ने वो तुहाडे मिनिस्टर की गल मान के राजी नहीं, क्योंकि सेंटर का डंडा एक तो गवर्नर के थ्रू है, लैफ्टिनेंट गवर्नर के थ्रू है, लेकिन सेंटर का डंडा तो हुण जिहड़ा है ब्यूरोक्रेसी के थ्रू इस वेले सामने आ रहा है। और तुसी ये देख लो भी बीजेपी दी स्टेट्स घटदियां जा रही ने। जे नॉर्थ ईस्ट दे विच उन्होंने 2014 तो बाद दबदबा बनाया है तो वो डंडे दे जोर नाल है, बाकी रीजनल पार्टीज नाल है। प्रसव नासिर एक मैं 2014 तो पहला एक लाइन बोल लैण दिओ। 2014 तो पहला बीजेपी दी नॉर्थ ईस्ट दे विच कोई होंद नहीं सी। अज हर दूसरी स्टेट दे विच उन्हां दा डायरेक्ट और इनडायरेक्ट जिहड़ा है वो इंटरफेरेंस है और डिपेंडेंस है। असी जदों कहने आ भाई फेडरल स्ट्रक्चर, डेमोक्रेटिक सेटअप की ब्यूटी यही सी कि फेडरल स्ट्रक्चर जिथे सेंटर ते स्टेट के रिलेशंस इकट्ठे होण। अज तो असी एक गल कहने आ भी एक नैशनल गवर्नमेंट बने ते सारी पार्टियां नूं उत्थे थोड़ी थोड़ी जिन्नी उन्हां दी नैशनल लैवल ते उन्हां दी होंद हैगी है उहदे हिसाब नाल उन्हां नूं मिनिस्ट्रीज दे देण। जो कुछ अज चल रहा है वो ना तो डेमोक्रेटिक सेटअप है ना वो एक फेडरल स्ट्रक्चर है जिन्हों असी चला रहे। एक छोटा जिहा मैनूं जवाब दे दो। ममता बनर्जी के सुभाव बारे सारिਆਂ ਨੂੰ पता सर, जो तुसीं सारे सूबे की गल करते हैं, पर साडे अगे एक ये बहस रखी जा रही है कि जो दी आम आदमी पार्टी आई है इन्हों पंगे पाउण की आदत है। प्रसव राज सिंह सर, तुहानूं लगदा है कि कल्ली आम आदमी पार्टी नाल ही रेड़का है केंद्र सरकार का, चाहे वो दिल्ली है चाहे पंजाब है? सर आप 2 मिनट एक ना मैप सामने रख लीए। असी केरला तो शुरू होइए, तेलंगाना आंध्रा दे विच वड़ जाइए, थोड़ा जिहा समुंदर दे नाल चलते हुए उड़ीसा चले जाइए, विचकार छत्तीसगढ़ ते नाल अपना जिहड़ी बिहार दे नाल लगती स्टेट है, नाल बिहार है, ऊपर वेस्ट बंगाल, जिथे चले जाइए इस वेले सारी स्टेटां नाल पंगा है। किहड़ा चीफ मिनिस्टर है जिहदी गल उन्हां नूं चंगी लगदी है? ममता दी गल ते कदे भी नहीं चंगी लगी, लेकिन फैक्ट ये है कि किहड़े चीफ मिनिस्टर दी गल तुहानूं चंगी लगदी है जिहड़ी ओपोजिशन रूल्ड स्टेट है। चलो मैं एक छोटा ब्रेक लेना, ब्रेक तो बाद बाकी मैं को जावांगे। ये सारे बड़े विद्वान ने तो इन्हों बड़ा लंबा समा सुनिया जा सकता है, पर जिन्ना वक्त सानूं इजाजत देगा उन्हें असीं सवाल जवाब करने की कोशिश करांगे। वापस आ रहे एक बार फिर तो तुहाडा स्वागत करते हैं। तो बड़ा सवाल असीं पूछ रहे हैं, सूबे ते केंद्र की सांझ वाला ढांचा दिनों दिन विगड़ता क्यों जा रहा है? प्रोफेसर रौनकी राम,
ਤੁਸੀਂ ਤਾਂ ਮੈਂ ਇਸ ਕਰਕੇ ਇੰਟਰੋਡਕਸ਼ਨ ਦੇ ਵਿੱਚ ਇਹ ਗੱਲ ਕਹਿ ਰਿਹਾ ਸੀਗਾ, ਤੁਸੀਂ ਰਾਜਨੀਤੀ ਨੂੰ ਬਹੁਤ ਨੇੜਿਓਂ ਦੇਖਦੇ ਹੋ। ਡਾਕਟਰ ਗਾਂਧੀ ਜੋ ਗੱਲਾਂ ਵਾਰ-ਵਾਰ ਕਹਿੰਦੇ ਸੰਘੀ ਢਾਂਚੇ ਦੀ, ਪ੍ਰੋਫੈਸਰ ਰੌਣਕੀ ਰਾਮ ਤੁਸੀਂ ਉਹਨਾਂ ਦੇ ਬੜੇ ਨੇੜੇ ਹੋ। ਉਹ ਇੱਕ ਪਾਰਲੀਮੈਂਟ ਵਿੱਚ ਵੀ ਜਾ ਕੇ ਆਏ ਹੋਏ ਆ, ਖੁਦ ਵੀ ਜਾ ਕੇ ਆਏ ਹੋਏ ਆ, ਪਰ ਇਸ ਵਕਤ ਜੋ ਹਾਲਾਤ ਹੈ ਉਹ ਪਾਰਲੀਮੈਂਟ ਵਿੱਚ ਵੀ ਸਾਨੂੰ ਕੁਝ ਹੋਰ ਦਿਖਦੇ ਆ ਤੇ ਸੜਕ ਤੇ ਵੀ ਕੁਝ ਹੋਰ ਦਿਖਦੇ ਆ। ਤੇ ਸਟੇਟ ਗਵਰਨਮੈਂਟ ਜਦੋਂ ਰੌਲਾ ਪਾਉਂਦੀਆਂ ਫਿਰ ਕਹਿੰਦੀਆਂ ਸੁਪਰੀਮ ਕੋਰਟ ਚਲੇ ਜਾਵਾਂਗੇ। ਸੁਪਰੀਮ ਕੋਰਟ ਦੇ ਵਿੱਚੋਂ ਜੋ ਆਉਂਦੇ ਆ ਦਿਸ਼ਾ ਨਿਰਦੇਸ਼ ਲੈ ਕੇ ਆਉਂਦੇ ਆ, ਉਹਨੂੰ ਵੀ ਸਰ ਉਹਦੇ ਹੁਕਮਾਂ ਦੀਆਂ ਕਿਸ ਤਰੀਕੇ ਨਾਲ ਦਿਸ਼ਾ ਨਿਰਦੇਸ਼ਾਂ ਦੀਆਂ ਧੱਜੀਆਂ ਉਡਾਈ ਜਾ ਰਹੀਆਂ। ਪ੍ਰੋਫੈਸਰ ਰੌਣਕੀ ਰਾਮ, ਫਿਰ ਅਸੀਂ ਇਹ ਡਿਬੇਟ ਕਿਉਂ ਛੇੜਦੇ ਪਏ ਹਾਂ ਸਰ? ਫਿਰ केवल सिंह जी, सवाल थोड़ा बड़ा इंटरेस्टिंग है। सवाल ये फैडरल स्ट्रक्चर का तो है ही है, ये एक होर जिहड़ा पहलू है उन्होंने थोड़ा घुखण की जरूरत हैगी है। ये तो जो असी फैडरल स्ट्रक्चर की गल करते हैं तो असी कुछ एक संविधान दी हदां की गल करते हैं जिन्होंने मन के ही फैडरल स्ट्रक्चर जी मानता मिलती है, वो बरकरार रह पाती है। हुण हो की रहा, मान लो कि अगर कोई इंस्टीट्यूशन है, चाहे वो गवर्नर का इंस्टीट्यूशन है, ਉਹਦਾ ਗਵਰਨਰ ਦੀ ਜਦੋਂ ਉਹ ਇੰਸਟੀਟਿਊਸ਼ਨ ਪ੍ਰੋਪਰ ਤਰੀਕੇ ਨਾਲ ਕੰਮ ਨਹੀਂ ਕਰਦਾ, ਜਦੋਂ ਇਹ ਕਿਹਾ ਜਾਂਦਾ ਕਿ ਅਕਸਰ ਡਿਬੇਟ 'ਚ ਵੀ ਆਇਆ ਕਿ ਗਵਰਨਰ ਜਿਹੜੇ ਨੇ ਉਹ ਬਿੱਲਾਂ ਨੂੰ ਰੋਕ ਲੈਂਦੇ ਨੇ ਜਾਂ ਉਹ ਸੈਂਟਰ ਦੀ ਜਿਹੜੀ ਆ ਉਹਦੀ ਹੀ ਵਕਾਲਤ ਕਰਦੇ ਨੇ, ਸਟੇਟ ਨੂੰ ਬਹੁਤਾ ਪੁੱਛਿਆ ਨਹੀਂ ਜਾਂਦਾ ਕਿ ਇਹਦਾ ਹੱਲ ਇਹ ਹੋਏਗਾ ਕਿ ਹੁਣ ਸਟੇਟ ਜਿਹੜਾ ਹੈਗਾ ਉਹ ਗਵਰਨਰ ਦੀ ਜਿਹੜਾ ਆਫਿਸ ਹੈ ਉਹਦੀ ਪ੍ਰਵਾਹ ਨਾ ਕਰਦੇ ਹੋਏ ਆਪਣੀ ਮਰਜ਼ੀ ਨਾਲ ਕਰੇਗਾ। ਸਵਾਲ ਇਹ ਨਹੀਂ ਹੈਗਾ, ਸਵਾਲ ਇਹ ਹੈ ਕਿ ਜਦੋਂ ਗਵਰਨਰ ਦਾ ਆਫਿਸ ਆਪਣੀ ਡਿਊਟੀ ਪ੍ਰੋਪਰ ਨਹੀਂ ਨਿਭਾ ਰਿਹਾ ਔਰ ਸੈਂਟਰ ਦੀ ਗੱਲ ਨੂੰ ਲੈ ਕੇ ਅੱਗਾ ਉਹਦੀ ਵਕਾਲਤ ਕਰਦਾ ਪਿਆ, ਤਾਂ ਜਿਹੜਾ ਸਟੇਟ ਹੈਗਾ ਉਹ ਕਹਿ ਰਿਹਾ ਕਿ ਅਸੀਂ ਇਸ ਇੰਸਟੀਟਿਊਸ਼ਨ ਸਾਨੂੰ ਨਹੀਂ ਪ੍ਰੋਪਰ ਸੁਣਦਾ ਪਿਆ, ਅਸੀਂ ਆਪਣਾ ਹੱਲ ਲੱਭਾਂਗੇ, ਉਹਦੇ 'ਚ ਨੁਕਸਾਨ ਆਵਾਮ ਦਾ ਹੋ ਰਿਹਾ। ਜਦੋਂ ਇੰਸਟੀਟਿਊਸ਼ਨ ਜਿਹੜੇ ਨੇ ਉਹ ਬਿਲਕੁਲ ਡਿਸਫੰਕਸ਼ਨਲ ਹੋ ਰਹੇ ਨੇ, ਇੰਸਟੀਟਿਊਸ਼ਨ ਦੀ ਕਿਸੇ ਪਾਸੇ ਜਿਹੜੀ ਪ੍ਰਭੂ ਸੱਤਾ ਹੋਣੀ ਚਾਹੀਦੀ ਆ, ਉਹਦੀ ਇੰਸਟੀਟਿਊਸ਼ਨ ਦੀ ਜੋ ਮਾਨਕ ਚਾਹੀਦੀ ਆ, ਉਹ ਹੌਲੀ ਹੌਲੀ ਇਰੋਡ ਹੋ ਰਹੇ ਨੇ। ਹੁਣ ਅਸੀਂ ਕੀ ਦੇਖਦੇ ਆ, ਫੈਡਰਲ ਸਟਰਕਚਰ ਤਾਂ ਇੱਕ ਪਾਸੇ ਰਹਿ ਗਿਆ, ਇਹ ਸਾਰੇ ਇੰਸਟੀਟਿਊਸ਼ਨ ਆਪਣੇ ਆਪ ਦੇ ਵਿੱਚ ਲੱਗ ਰਿਹਾ ਕਿ ਇਹਨਾਂ ਦੀ ਜਿਹੜੀ ਐਗਜ਼ਿਸਟੈਂਸ ਹੈ, ਇਹਨਾਂ ਦੀ ਹੋਂਦ ਹੈ, ਉਹਦਾ ਕੋਈ ਮਤਲਬ ਰਿਹਾ ਨਹੀਂ। ਪ੍ਰੋਫੈਸਰ ਰੌਣਕੀ ਰਾਮ, ਫਿਰ ਤਾਂ ਸਰ ਟਕਰਾਅ ਵਾਲੀ ਸਥਿਤੀ ਪੈਦਾ ਹੋ ਜੂਗੀ ਨਾ, ਅਸੀਂ ਤੁਹਾਡੀ ਨਹੀਂ ਸੁਣਦੇ, ਤੁਸੀਂ ਸਾਡੀ ਨਹੀਂ ਸੁਣਦੇ, ਫਿਰ ਤਾਂ ਆਪਾਂ ਇਹੀ ਕਰੀ ਜਾਵਾਂਗੇ। ਫਿਰ ਜਿਹੜਾ ਗੱਲ ਤੁਸੀਂ ਕਹਿ ਰਹੇ ਆਵਾਮ ਦਾ ਨੁਕਸਾਨ ਹੋ ਰਿਹਾ, ਸਰ ਆਵਾਮ ਦੀ ਚਿੰਤਾ ਹੈ ਕਿਹਨੂੰ ਹੈ ਸਰ? ਮੈਨੂੰ ਇਹ ਤਾਂ ਦੱਸ ਦਿਓ ਨਾ ਰੌਣਕੀ ਰਾਮ ਜੀ। ਇਹ ਤਾਂ ਫੈਡਰਲ ਸਟਰਕਚਰ ਬਣਿਆ ਆਵਾਮ ਵਾਸਤੇ ਸੀਗਾ ਤਾਂ ਕਿ ਸੈਂਟਰ ਆਪਣੀ ਮਰਜ਼ੀ ਨਾਲ ਕਰ ਪਾਵੇ। ਕੰਕਰੈਂਟ ਲਿਸਟ ਹੈਗੀ ਆ, ਸਟੇਟ ਲਿਸਟ ਹੈਗੀ ਆ, ਸੈਂਟਰਲ ਲਿਸਟ ਹੈਗੀ ਆ, ਤਾਂ ਕਿ ਜਿਹੜੀ ਜਨਤਾ ਹੈਗੀ ਆ ਉਹਨੂੰ ਰੂਲ ਕਰਨੇ ਵਾਲੇ ਇੰਸਟੀਟਿਊਸ਼ਨ। ਸਰ ਜਿਹੜੀ ਕੰਕਰੈਂਟ ਲਿਸਟ ਦੀ ਤੁਸੀਂ ਗੱਲ ਕਰਦੇ ਪਏ ਹੋ ਪ੍ਰੋਫੈਸਰ ਰੌਣਕੀ ਰਾਮ, ਹੁਣ ਤਾਂ ਸਵਾਲ ਇਹ ਵੱਡਾ ਕਿ ਉਹਦੇ ਜਿਹੜੇ ਵਿਸ਼ੇ ਹੈਗੇ ਆ ਉਹ ਆਰਡੀਨੈਂਸ ਦੇ ਜ਼ਰੀਏ ਉਹਨਾਂ ਤੇ ਕਬਜ਼ਾ ਕੀਤਾ ਜਾ ਰਿਹਾ ਸਰ, ਉਹਦਾ ਕੀ ਜਵਾਬ ਦੇਵਾਂਗੇ ਪ੍ਰੋਫੈਸਰ ਰੌਣਕੀ ਰਾਮ? ਜਦੋਂ ਤੁਸੀਂ ਉਹਦਾ ਮੰਨ ਲਓ ਕਿ ਅਸਲੇ ਅਸੀਂ ਸੋਚ ਰਹੇ ਹਾਂ ਕਿ ਕੋਈ ਇੰਸਟੀਟਿਊਸ਼ਨ ਹੈਗਾ, ਜੇ ਉਹ ਆਪਣੀ ਸਾਨੂੰ ਕੋਸ਼ਿਸ਼ ਤਾਂ ਇਹ ਹੋਣੀ ਚਾਹੀਦੀ ਹੈ ਕਿ ਉਸ ਇੰਸਟੀਟਿਊਸ਼ਨ ਨੂੰ ਪ੍ਰੋਪਰ ਕਿਵੇਂ ਉਹ ਆਪਣੀਆਂ ਸਰਵਿਸਿਜ਼ ਅਦਾ ਕਰੇ, ਸਰਵਿਸਿਜ਼ ਪ੍ਰੋਵਾਈਡ ਕਰੇ, ਕਿ ਜੇ ਉਹ ਇੰਸਟੀਟਿਊਸ਼ਨ ਸਰਵਿਸਿਜ਼ ਪ੍ਰੋਵਾਈਡ ਨਹੀਂ ਕਰਦਾ ਉਹਨੂੰ ਬਿਲਕੁਲ ਇੱਕ ਪਾਸੇ ਛੱਡ ਕੇ ਕੋਈ ਹੋਰ ਇੰਸਟੀਟਿਊਸ਼ਨ ਨਹੀਂ ਬਣ ਰਿਹਾ। ਤੁਸੀਂ ਕਹਿੰਦੇ ਕਿ ਅਸੀਂ ਇਹਦੀ ਪ੍ਰਵਾਹ ਨਹੀਂ ਕਰੋਗੇ, ਅਸੀਂ ਆਪਣੇ ਇੰਸਟੀਟਿਊਸ਼ਨ ਬਣਾਵਾਂਗੇ। ਹੱਲ ਇਹ ਹੈ ਕਿ ਇਹ ਦੂਰੀ ਵੱਧਦੀ ਜਾਏਗੀ, ਲੇਕਿਨ ਉਹ ਦੂਰੀ ਦੇ ਨਾਲ ਜਦੋਂ ਇੰਸਟੀਟਿਊਸ਼ਨ ਤੇ ਸਾਡੀ ਲੋਕਤੰਤਰ ਹੈ, ਲੋਕਤੰਤਰ ਕੀ ਹੈ? ਉਹ ਇਕੱਲੇ ਇਲੈਕਸ਼ਨ ਹੀ ਹੈਗੇ, ਉਹਦੇ ਇੰਸਟੀਟਿਊਸ਼ਨਸ ਹੈਗੇ ਆ। ਜਦੋਂ ਬਾਰ-ਬਾਰ ਕਿਸੇ ਇੱਕ ਇੰਸਟੀਟਿਊਸ਼ਨ ਨੂੰ ਤੁਸੀਂ ਪ੍ਰੋਪਰ ਤਰੀਕੇ ਨਾਲ ਫੰਕਸ਼ਨ ਕਰਨ ਤੋਂ ਰੋਕੋਗੇ, ਉਹਦੇ ਨਾਲ ਦੂਜੇ ਇੰਸਟੀਟਿਊਸ਼ਨ ਲੜੀਬੱਧ ਜੁੜੇ ਹੋਏ ਨੇ ਉਹ ਵੀ ਬੰਦ ਹੋ ਜੂਗੇ। ਠੀਕ ਹੈ। ਪ੍ਰੋਫੈਸਰ ਮਨਜੀਤ ਸਿੰਘ, ਇਹ ਪਹਿਲੀ ਵਾਰ ਤਾਂ ਹੋਇਆ ਨਹੀਂਗਾ ਐਨਡੀਏ ਦੀ ਗਵਰਨਮੈਂਟ ਦੇ ਵਿਚਾਲੇ ਡਾਕਟਰ ਖਾਲਿਦ ਕਹਿ ਰਿਹਾ ਕਿ ਹੁਣ ਤੇਜ਼ੀ ਨਾਲ ਦੂਰੀਆਂ ਵੱਧਦੀਆਂ ਪਈਆਂ। ਇਸ ਤੋਂ ਪਹਿਲਾਂ ਵਾਲੀਆਂ ਸਰਕਾਰਾਂ ਨੇ ਵੀ ਸਰ ਸਟੇਟ ਗਵਰਨਮੈਂਟਸ ਨਾਲ ਇਦਾਂ ਹੀ ਕੀਤਾ, ਸੰਘੀ ਢਾਂਚੇ ਦਾ ਕਾਣ ਕਿਵੇਂ ਹੁੰਦਾ ਰਿਹਾ? ਪ੍ਰੋਫੈਸਰ ਮਨਜੀਤ ਸਿੰਘ, ਹੁਣ ਰੌਲਾ ਇੰਨਾ ਕਿਉਂ ਪੈ ਰਿਹਾ? ਪ੍ਰੋਫੈਸਰ ਮਨਜੀਤ ਸਿੰਘ, ਮੈਂ ਬਾਰ-ਬਾਰ ਇਹ ਸਵਾਲ ਕਰੂੰਗਾ। ਰੌਲਾ ਪੈਣਾ ਹੀ ਆ ਤੇ ਰੌਲਾ ਵਧਣਾ ਵੀ ਹੈ। ਜੋ ਅੱਜ ਹਾਲਾਤ ਮਣੀਪੁਰ ਦੇ ਬਣੇ ਆ ਉਹ ਇੱਕ ਰੈਪਲੀਕਾ ਆ ਦੇਸ਼ ਦੇ ਭਵਿੱਖ ਦਾ। ਜੇ ਅਸੀਂ ਨਹੀਂ ਸਮਝ ਰਹੇ, ਉਹ 30-35 ਲੱਖ ਲੋਕ ਆ ਸਾਰੇ ਮਣੀਪੁਰ ਦੇ, ਹਾਲਤ ਇਹ ਬਣ ਗਈ ਹੈ ਕਿ ਫੌਜ ਤੋਂ ਵੀ ਨਹੀਂ ਸੰਭਲ ਰਿਹਾ ਔਰ ਸੁਪਰੀਮ ਕੋਰਟ ਤੱਕ ਆਇਆ। ਸੁਪਰੀਮ ਕੋਰਟ ਨੇ ਕਿਹਾ ਕਿ ਤੁਸੀਂ ਆਪਣੇ ਫੈਸਲੇ ਆਪ ਕਰੋ, ਠੀਕ ਹੈ। ਉਹ ਕਹਿੰਦੇ ਸਾਨੂੰ ਫੌਜ ਦੀ ਇਜਾਜ਼ਤ ਦਿਓ ਕਿ ਅਸੀਂ ਜਿਹੜੇ 250 ਚਰਚ ਜਿਹੜੇ ਆ ਉੱਥੇ ਮਣੀਪੁਰ ਦੇ ਇੰਫਾਲ ਦੇ ਵਿੱਚ ਫੂਕ ਦਿੱਤੇ ਗਏ। 249 ਚਰਚ ਫੂਕ ਦਿੱਤੇ ਗਏ, ਮਤਲਬ ਉਹਨਾਂ ਨੂੰ ਸਾਰਾ ਵੱਡੇ ਪੱਧਰ ਤੇ ਨੁਕਸਾਨ ਪਹੁੰਚਾਇਆ ਗਿਆ। ਇਹ ਹਾਲਤ ਆ
ਇਹਨੂੰ ਇਹ ਸਮਝ ਲਓ, ਇਹਨੂੰ ਵੱਡਾ ਕਰਕੇ ਦੇਖ ਲਓ ਸਾਰੀ ਗੱਲ ਨੂੰ। ਇਹ ਦੇਸ਼ ਨੂੰ ਉਸ ਪਾਸੇ ਤੋਰਿਆ ਜਾ ਰਿਹਾ ਫੈਡਰਲਿਜ਼ਮ ਦੀ, ਜਿਹੜਾ ਤੁਸੀਂ ਅੱਜ ਚਲੋ ਮੈਂ ਸਵਾਲ ਥੋੜਾ ਐਡ ਕਰਨਾ ਪ੍ਰਸਮ ਜੀ, ਤੁਸੀਂ ਇਹ ਕਹਿਣਾ ਚਾਹ ਰਹੇ ਹੋ ਕਿ ਘੱਟ ਗਿਣਤੀ ਤੋਂ ਦਿੱਲੀ ਦੀ ਗਿਣਤੀ ਮਿਤੀ ਤੈਅ ਹੁੰਦੀ ਹੈ, ਇਹ ਕਹਿਣਾ ਚਾਹ ਰਹੇ ਹੋ? ਨਹੀਂ, ਉਹ ਤੇ ਹੈ ਹੀ ਹੈ, ਉਹ ਤੇ ਹੈ ਹੀ ਹੈ। ਮੈਂ ਦੂਜੀ ਗੱਲ ਵੀ ਤੁਸੀਂ ਆਪਾਂ, ਕਿਉਂਕਿ ਅੱਜ ਪ੍ਰੋਫੈਸਰ ਸਾਹਿਬਾਨ ਬੈਠੇ ਆ ਤੇ ਇਸ ਕਰਕੇ ਗੱਲ ਹੋ ਜਾਣੀ ਚਾਹੀਦੀ ਹੈ, ਕਿਉਂਕਿ ਪੋਲੀਟੀਕਲ ਬੰਦਿਆਂ ਨਾਲ ਤੇ ਥੋੜਾ ਰੱਪੋ ਨਹੀਂ ਬਣਦਾ ਉਹਨਾਂ। ਦੇਖੋ ਗੱਲ ਇਹ ਹੈ ਕਿ ਫੈਡਰਲਿਜ਼ਮ ਕੀ ਹੈ, ਉਹ ਕੱਲਾ ਪੋਲੀਟੀਕਲ ਪਾਵਰ ਸ਼ੇਅਰਿੰਗ ਨਹੀਂ ਹੈ ਜਿਹੜੀ ਇੱਥੇ ਅਸੀਂ ਗੱਲ ਕਰ ਰਹੇ ਹਾਂ, ਉਹ ਕਲਚਰ ਦੀ ਪ੍ਰੋਟੈਕਸ਼ਨ ਆ, ਮਲਟੀਪਲ ਕਲਚਰ ਦੀ ਬਰਾਬਰ ਦੀ ਹੋਂਦ, ਮਲਟੀਪਲ ਭਾਸ਼ਾ ਦੀ ਬਰਾਬਰ ਦੀ ਹੋਂਦ, ਬਰਾਬਰ ਦਾ ਦਰਜਾ। ਉਹ ਸਮਾਜਿਕ ਵੀ ਫੈਡਰਲਿਜ਼ਮ ਚਾਹੀਦਾ ਸਾਨੂੰ, ਸੱਭਿਆਚਾਰਕ ਫੈਡਰਲਿਜ਼ਮ ਚਾਹੀਦਾ ਸਾਨੂੰ, ਆਰਥਿਕ ਫੈਡਰਲਿਜ਼ਮ ਚਾਹੀਦਾ। 41% ਜਿਹੜਾ ਸਿਰਫ ਸੂਬਿਆਂ ਨੂੰ ਵਾਪਸ ਹੁੰਦਾ, ਕਿਉਂ ਵੀ ਇਹ ਕੀ ਲੱਗਦੇ ਆ 59% ਸਾਡਾ ਲੈ ਜਾਂਦੇ ਪੈਸਾ, ਕੇਂਦਰ ਵਾਲਾ ਲੈ ਜਾਂਦੇ ਆ, ਤੇ ਬਾਕੀ 41% ਸਾਰੇ ਸੂਬਿਆਂ ਨੂੰ, ਉਹਨਾਂ ਦੇ ਹਲ ਚੱਲਦੇ ਆ, ਸੂਬੇ ਪੈਦਾ ਸਾਰਾ ਕੁਝ ਸੂਬਿਆਂ 'ਚ ਪੈਦਾ ਹੁੰਦਾ, ਮਹਾਰਾਸ਼ਟਰ 'ਚ ਹੁੰਦਾ, ਹੋਰਨਾਂ 'ਚ ਹੁੰਦਾ, ਤਾਮਿਲਨਾਡੂ 'ਚ ਹੁੰਦਾ। ਤੁਸੀਂ ਆਪਣਾ ਪੈਸਾ ਇੰਨਾ ਕਿਉਂ 41% ਵਾਪਸ ਕਰਕੇ ਜਿਹੜਾ। ਦੂਸਰੀ ਗੱਲ ਕਿ ਜਿਹੜੇ ਅਸੀਂ ਜਦੋਂ ਕਲਚਰਲ ਫੈਡਰਲਿਜ਼ਮ ਦੀ ਗੱਲ ਕਰਦੇ ਹਾਂ, ਉਹਦੇ 'ਚ ਜਿਹੜੀ ਤੁਸੀਂ ਗੱਲ ਛੇੜਦੀ ਹੈ KP ਸਿੰਘ ਜੀ, ਕਿ ਹਿੰਦੀ ਇਹੀ ਇੱਕ ਜਿਹੜੀ ਹੈ ਕਿਸ ਤਰੀਕੇ ਨਾਲ ਵਿਰੋਧ ਸਾਊਥ ਦੇ ਵਿੱਚ ਹੋਇਆ, ਸਾਡੇ ਉੱਥੇ ਟੈਕਸਟ ਬੁੱਕਾਂ ਦੇ ਵਿੱਚ ਕੀ ਕੁਝ ਕੀਤਾ ਜਾ ਰਿਹਾ, ਹਿਸਟਰੀ ਨੂੰ ਉੱਪਰ ਥੱਲੇ ਕੀਤਾ ਜਾ ਰਿਹਾ, ਕਿਉਂ ਕੇਂਦਰੀਕਰਨ ਕੀਤਾ ਜਾ ਰਿਹਾ ਹਰ ਚੀਜ਼ ਦਾ। ਸਿਹਤ, ਖੇਤੀ ਔਰ ਜਿਹੜਾ ਸਿੱਖਿਆ, ਇਹ ਤੇ ਸਟੇਟ ਸਬਜੈਕਟ ਆ, ਉਹਨੂੰ ਪਹਿਲਾਂ ਕਨਕਰੈਂਟ 'ਚ ਲੈ ਗਿਆ, ਹੁਣ ਸੈਂਟਰਲ ਦਾ ਬਣਾਉਣ ਨੂੰ ਫਿਰਦੇ ਆ। ਖੇਤੀ ਨੂੰ ਕਿਵੇਂ ਕੇਂਦਰ ਨੇ ਬਿੱਲ ਬਣਾ ਕੇ ਲਿਆਏ ਸੀਗੇ, ਕਿੰਨਾ ਰੌਲਾ ਪਿਆ ਇਸ ਗੱਲ ਦਾ। ਇਸ ਲਈ ਸਾਡੇ ਜਿਹੜੇ ਇਸ ਵੇਲੇ ਹਾਲਾਤ ਬਣੇ ਆ, ਉਹ ਕੱਲਾ ਇਹ ਨਹੀਂ ਹੈ। ਪਹਿਲਾਂ 5 ਸਾਲ ਕਹਿਤਾ, GST ਦਾ ਦੇਖ ਲਓ, ਪਹਿਲਾਂ 5 ਸਾਲ ਉਹਨਾਂ ਨੇ ਕਹਿਤਾ, ਮੈਂ ਆਰਥਿਕ ਦਾ ਵੀ ਨਾਲੋਂ ਨਾਲ ਲੈਣਾ ਚਾਹੁੰਦਾ ਆ, ਕਿ ਅਸੀਂ ਤੁਹਾਨੂੰ ਜਿੰਨਾ ਕੰਪਨਸੇਸ਼ਨ ਹੋਊਗਾ, ਉਹਦਾ ਜਿੰਨਾ ਘਾਟਾ ਪਊਗਾ ਤੁਹਾਨੂੰ ਅਸੀਂ ਉਹ ਦਿਆਂਗੇ। ਹੁਣ 2022 ਤੋਂ ਪੰਜਾਬ ਦਾ ਬੰਦ ਕਰਤਾ, ਬਾਕੀ ਸੂਬਿਆਂ ਦਾ ਵੀ ਕਰ ਦਿੱਤਾ। ਹੁਣ ਉਹ ਸਾਰਾ ਪੈਸਾ ਉਹਨਾਂ ਦਾ ਹੋ ਗਿਆ, ਮਰੋ ਭੁੱਖੇ। ਔਰ ਨਾਲੇ ਪੰਜਾਬ ਨੂੰ ਕਹਿਤਾ ਕਿ ਤੁਹਾਡੀ ਲਿਮਿਟ 39,000 ਕਰੋੜ ਦੀ ਬਣਦੀ ਆ ਕਰਜ਼ਾ ਲੈਣ ਦੀ, ਪਰ ਤੁਸੀਂ ਸਿਰਫ 21,000 ਕਰੋੜ ਰੁਪਈਆ ਕਰਜ਼ਾ ਲੈ ਸਕੋਗੇ, ਜਦ ਕਿ ਕੇਂਦਰ ਦੀ ਕਿੰਨਾ ਕਰਜ਼ੇ ਦੀ ਉਹਨਾਂ ਦਾ ਤੁਹਾਨੂੰ ਪਤਾ ਕਿੰਨਾ ਕਰਜ਼ਾ ਉਹਨਾਂ ਤੇ? ਕੇਂਦਰ ਤੇ ਇਸ ਵੇਲੇ ਟੋਟਲ GDP ਦਾ 61% ਕਰਜ਼ਾ ਆ, ਜਦ ਕਿ ਪੰਜਾਬ ਤੇ 51% ਹੈਗਾ। ਉਹਦੇ ਬਾਵਜੂਦ ਉਹਦੇ ਤੇ ਰੁਕਾਵਟ ਆ, ਕੇਂਦਰ ਤੇ ਕੋਈ ਰੁਕਾਵਟ ਨਹੀਂ। ਜਾਨੀ ਖੁੱਲੀਆਂ ਗੱਫੇ ਜਿੱਧਰ ਨੂੰ ਮਰਜੀ ਤੁਸੀਂ ਧੱਕੀ ਤੁਰੇ ਜਾਂਦੇ ਆ ਸੂਬਿਆਂ ਦੇ, ਜਿਹੜੀ ਕੋਈ ਇੱਜ਼ਤ ਮਾਣ ਨਹੀਂ ਰੱਖਦੇ। ਔਰ ਇੱਕ ਨਵੀਂ ਗੱਲ ਮੈਂ ਲਾਸਟ, ਕਿਉਂਕਿ ਸਾਰਾ ਫੈਡਰਲਿਜ਼ਮ ਦਾ ਚੱਲਦਾ ਆਰਥਿਕ ਤੋਂ, ਸੈਸ ਲਾਉਣਾ ਸ਼ੁਰੂ ਕਰਤਾ ਜੀ, GST ਹਟਾ ਹੀ ਦਿੱਤਾ, ਟੈਕਸ ਦਾ ਨਾਂ ਹੀ ਹਟਾਤਾ। ਮਾਮੇ ਲੱਗਦੇ ਆ ਸਾਡੇ ਸੈਂਟਰ ਵਾਲੇ ਕਿ ਤੁਸੀਂ ਜਿਹੜਾ GST 41% ਵੰਡਿਆ ਜਾਣਾ, ਉਹਦਾ ਨਾਂ ਬਦਲ ਕੇ ਸੈਸ ਰੱਖ ਦਿਓ, ਫਿਰ ਉਹ ਤੁਹਾਨੂੰ ਵੰਡਣਾ ਨਹੀਂ, ਉਹ ਸਾਰੇ ਦਾ ਸਾਰਾ ਉਹਨਾਂ ਦਾ। ਕਿੰਨਾ ਪੈਟਰੋਲ ਦੇ ਉੱਤੇ ਪੈਸਾ ਜਾ ਰਿਹਾ, ਕਿੰਨਾ ਤੁਹਾਡਾ ਬਾਹਰੋਂ ਤੇਲ ਹੈ, ਇੰਨਾ ਰੂਸ ਤੋਂ ਸਸਤਾ ਤੇਲ ਆ ਰਿਹਾ। ਤੁਸੀਂ ਲੁੱਟ ਮਚਾਈ ਹੋਈ ਆ, ਸੂਬਿਆਂ ਦਾ ਇੰਨਾ ਬੁਰਾ ਹਾਲ ਕਰ ਦਿੱਤਾ ਆ। ਮੇਰੀ ਤੇ ਇੱਕੋ ਹੀ ਬੇਨਤੀ ਹੈਗੀ ਹੈ ਕਿ ਜੇ ਇਹ ਦੇਸ਼ ਨੂੰ ਬਚਾਉਣਾ, ਇਸ ਵੇਲੇ ਦੇਖ ਲਓ ਜੋ ਮਣੀਪੁਰ ਵਾਲੀ, ਉਹ ਥੱਲੇ ਥੱਲੇ ਚਵਾਤੀ ਅੱਗ ਸਾਰੇ ਦੇਸ਼ 'ਚ ਪਈ ਹੋਈ ਹੈ, ਇਹ ਸੁੱਕਾ ਬਾਲਣ ਪਿਆ ਹੋਇਆ। ਇਸ ਲਈ ਜੇ ਬਚਾਉਣਾ ਤੇ ਇਹ ਸਾਰੀਆਂ ਗੱਲਾਂ ਨੂੰ ਰਿਵਿਊ ਕਰਕੇ ਦੇਸ਼ ਦੇ ਵਿੱਚ ਇੱਕ ਸੋਹਣਾ ਚੰਗਾ ਸੁਚੱਜਾ ਫੈਡਰਲ ਢਾਂਚੇ ਨੂੰ ਮਜ਼ਬੂਤ ਕਰਨ ਦੀ ਲੋੜ ਹੈ। ਇਕੱਲੇ ਗਾਂਧੀ ਦੀ ਨਹੀਂ ਗੱਲ, ਉਹ ਰੌਣਕੀ ਰਾਮ ਦੀ ਨਹੀਂ, ਮੇਰੀ ਨਹੀਂ ਗੱਲ ਹੈ, ਅਵਿਨਾਸ਼ ਜੀ ਦੀ ਨਹੀਂ ਗੱਲ ਹੈ, ਸਾਡੇ ਸਾਰਿਆਂ ਦਾ ਸਾਂਝਾ ਉਹ ਇੱਕ ਮਨਸ਼ਾ ਹੋਣੀ ਚਾਹੀਦੀ ਹੈ। ਦੇਸ਼ ਨੂੰ ਇਕੱਠਾ ਰੱਖਣ ਲਈ, ਦੇਸ਼ ਨੂੰ ਬਚਾਉਣ ਲਈ ਉਹ ਅਤੀ ਜ਼ਰੂਰੀ। ਚਲੋ ਮੈਂ ਰੌਣਕੀ ਰਾਮ ਜੀ ਬੋਲੋ। ਇੱਕ ਐਡ ਕਰਾਂਗਾ, ਉਹਨਾਂ ਨੇ ਕਿਹਾ ਕਿ ਜਿਹੜਾ ਫੈਡਰਲ ਸਟਰਕਚਰ ਹੈਗਾ ਇਹ ਕੱਲਾ ਸੈਂਟਰ ਤੇ ਸਟੇਟ ਦਾ ਨਹੀਂ ਆ, ਇਹਦੇ ਹੋਰ ਪਹਿਲੂ ਗਾ, ਉਹਨੂੰ ਮੈਂ ਥੋੜਾ ਜਿਹਾ ਹੋਰ ਬਤਾਉਂਦਾ। ਦੇਖੋ, ਤੁਹਾਡਾ ਗ੍ਰਾਮ ਪੰਚਾਇਤ ਤੇ ਲੈਵਲ ਨੂੰ ਲੈ ਕੇ ਤੁਹਾਡੀਆਂ ਵਿਧਾਨ ਸਭਾਵਾਂ ਨੇ, ਫਿਰ ਸਾਡੇ ਪਾਸ 2 ਸਦਨ ਨੇ ਸੈਂਟਰ 'ਚ ਨੇ। ਜੇ ਸਾਡਾ ਫੈਡਰਲ ਸਿਸਟਮ ਪ੍ਰੋਪਰ ਨਹੀਂ ਚੱਲੇਗਾ, ਇਹ ਜਿਹੜੀਆਂ ਪੰਚਾਇਤਾਂ ਨੇ, ਜਿਹੜੀਆਂ ਵਿਧਾਨ ਸਭਾਵਾਂ ਨੇ, ਇਹਨਾਂ ਦਾ ਕੀ ਮਤਲਬ ਰਹਿ ਜਾਏਗਾ? ਜੇ ਇਹ ਕੋਈ ਬਣਾਉਣਗੀਆਂ, ਜੇ ਕੋਈ ਲੋਕਾਂ ਦੀ ਆਵਾਜ਼ ਨੂੰ ਬੁਲੰਦ ਕਰਕੇ ਰਿਪਰੈਜ਼ੈਂਟ ਕਰਨਗੀਆਂ, ਤੇ ਇਹਨਾਂ ਦੇ ਕੁਝ ਖਿੱਤੇ ਨੇ ਜਿੱਥੇ ਕਿ ਉਹ ਬਰਾਬਰਤਾ ਦਾ ਉਹਨਾਂ ਨੂੰ ਗਵਰਨੈਂਸ ਦੇਣਗੀਆਂ। ਜੇ ਫੈਡਰਲ ਸਟਰਕਚਰ ਨਹੀਂ ਦਿੰਦਾ ਤਾਂ ਇਹਨਾਂ ਦੀ ਹੋਂਦ ਖਤਮ ਹੋ ਜਾਂਦੀ ਹੈ, ਫਿਰ ਕੀ ਫਾਇਦਾ ਹੋਏਗਾ? ਇਸ ਲਈ ਫੈਡਰਲ ਸਟਰਕਚਰ ਕੀ ਆ? ਲੋਕਾਈ ਦਾ ਪੱਖ ਲੋਕਾਂ ਦੇ ਲੈਵਲ ਦੇ ਉੱਤੇ ਜਦ ਤੱਕ ਪੂਰਾ ਹੋਣਾ, ਉਹਦਾ ਸੈਂਟਰਾਈਜੇਸ਼ਨ ਕਰੋਗੇ ਤਾਂ ਜੋ ਮਜੀਦ ਜੀ ਕਹਿ ਰਹੇ ਆ
ਚਲੋ। ਉਹਦਾ ਫਿਰ ਨਤੀਜਾ ਠੀਕ ਹੈ, ਮੈਂ ਥੋੜਾ ਬ੍ਰੇਕ ਲੈਣਾ। ਜੋ ਪ੍ਰੋਫੈਸਰ ਰੌਣਕੀਰਾਮ ਕਹਿ ਰਹੇ, ਮੈਨੂੰ ਇਉਂ ਲੱਗਦਾ ਕਿ ਜਦ ਤੱਕ ਅਸੀਂ ਪੇਂਡੂ ਭਾਰਤ ਨੂੰ ਅੱਗੇ ਨਹੀਂ ਲੈ ਕੇ ਆਵਾਂਗੇ ਤਾਂ ਫੈਡਰਲ ਸਟਰਕਚਰ ਮਜ਼ਬੂਤ ਨਹੀਂ ਹੋ ਸਕਦਾ। ਜਿਹੜੀਆਂ ਛੋਟੀਆਂ ਇਕਾਈਆਂ ਹੈਗੀਆਂ ਉਹਨਾਂ ਤੋਂ ਹੀ ਵੱਡੀ ਇਕਾਈ ਤੱਕ ਗੱਲ ਜਾਂਦੀ ਹੈ, ਤੇ ਉਸੇ ਇਕਾਈਆਂ ਨੂੰ, ਉਸੇ ਗਿਣਤੀ ਮਿਣਤੀ ਨੂੰ ਸਮਝਣ ਦੀ ਕੋਸ਼ਿਸ਼ ਕਰ ਰਹੇ ਹਾਂ, ਤਾਂ ਹੀ ਅਸੀਂ ਦਿਲ ਦੀ ਗੱਲ ਕਰ ਰਹੇ ਹਾਂ। ਵਾਪਸ ਆ ਰਹੇ ਹਾਂ। ਇੱਕ ਵਾਰ ਫਿਰ ਤੁਹਾਡਾ ਸਵਾਗਤ ਕਰਦੇ ਹਾਂ। ਤੇ ਵੱਡਾ ਸਵਾਲ ਅਸੀਂ ਪੁੱਛਿਆ, ਸੂਬੇ ਤੇ ਕੇਂਦਰ ਦੀ ਸਾਂਝ ਵਾਲਾ ਢਾਂਚਾ ਦਿਨੋਂ ਦਿਨ ਵਿਗੜਦਾ ਕਿਉਂ ਜਾ ਰਿਹਾ। ਡਾਕਟਰ ਖਾਲਿਦ, ਮੀਟਿੰਗਾਂ ਦਾ ਬਾਈਕਾਟ ਹੋਣ ਲੱਗ ਪਿਆ ਹੁਣ, ਇਹ ਇੱਕ ਚੰਗੀ ਪਿਰਤ ਪਾਈ ਜਾ ਰਹੀ ਹੈ ਸਰ? ਅਸੀਂ ਕੀ ਦਿਖਾਉਣਾ ਚਾਹ ਰਹੇ ਹਾਂ ਡਾਕਟਰ ਖਾਲਿਦ? ਦੇਖੋ ਇਦਾਂ ਹੈ ਕਿ ਜਿਹੜੀ ਡਾਕਟਰ ਮਨਜੀਤ ਸਿੰਘ ਨੇ ਗੱਲ ਕੀਤੀ ਹੈ ਨਾ, ਪਹਿਲਾਂ ਮੈਂ ਉਹਨੂੰ ਥੋੜਾ ਜਿਹਾ ਅੱਗੇ ਵਧਾਉਣਾ ਚਾਹੁੰਦਾ ਕਿ ਜਿਹੜੀ ਫੈਡਰਲਿਜ਼ਮ ਹੈ, ਫੈਡਰਲ ਸਟਰਕਚਰ ਹੈ ਸਾਡਾ, ਮੈਂ ਤੁਹਾਡੀ ਗੱਲ ਤੇ ਵੀ ਆਉਣਾ, ਦੈਟ ਇਜ਼ ਆਲਸੋ ਇੰਪੋਰਟੈਂਟ। ਦੇਖੋ ਆਪਾਂ ਜਦ ਵੀ ਗੱਲ ਕਰਦੇ ਹਾਂ ਸੰਵਿਧਾਨਕ ਫੈਡਰਲਿਜ਼ਮ ਦੀ ਗੱਲ ਕਰਦੇ ਹਾਂ, ਇਹਦਾ ਇੱਕ ਪੋਲੀਟੀਕਲ ਪਹਿਲੂ ਵੀ ਹੈ। ਪੋਲੀਟੀਕਲ ਪਹਿਲੂ ਇਹ ਹੈਗਾ ਕਿ ਸਾਰਿਆਂ ਨੂੰ, ਜਿੰਨੀਆਂ ਰੀਜਨਲ ਪੋਲੀਟੀਕਲ ਪਾਰਟੀਆਂ ਹੈ, ਨੈਸ਼ਨਲ ਪੋਲੀਟੀਕਲ ਪਾਰਟੀਆਂ ਹੈ, ਉਹਨਾਂ ਦੀ ਆਪਣੀ ਆਪਣੀ ਸਪੇਸ ਹੋਵੇ। ਆਪਾਂ ਦੇਖ ਰਹੇ ਹਾਂ ਕਿ ਸਾਡੇ ਜਿਹੜੇ ਇਲੈਕਸ਼ਨ ਹੈ ਜ਼ਿਆਦਾਤਰ ਪ੍ਰੈਜ਼ੀਡੈਂਸ਼ੀਅਲ ਇਲੈਕਸ਼ਨ ਵਾਂਗੂ ਹੁੰਦੇ ਜਾ ਰਹੇ ਹਨ। ਉੱਥੇ ਸਾਡਾ ਪੋਲੀਟੀਕਲ ਫੈਡਰਲਿਜ਼ਮ, ਉਸ ਤੋਂ ਬਾਅਦ ਕਲਚਰਲ ਫੈਡਰਲਿਜ਼ਮ, ਜਿੰਨੇ ਵੀ ਕਲਚਰ ਹੈ ਉਹਨਾਂ ਨੂੰ ਪ੍ਰਫੁੱਲਤ ਹੋਣ ਦੀ ਪੂਰੀ ਆਜ਼ਾਦੀ ਹੋਣੀ ਚਾਹੀਦੀ ਹੈ। ਵਨ ਕੰਟਰੀ ਵਨ ਕਲਚਰ ਵਾਲੀ ਗੱਲ ਨਹੀਂ ਹੋਣੀ ਚਾਹੀਦੀ ਜਿਹੜੀ ਕਿ ਇੰਪੋਜ਼ ਕੀਤੀ ਜਾ ਰਹੀ ਹੈ, ਜਿਹਦੀ ਕਿ ਆਪੋਜੀਸ਼ਨ ਵੀ ਹੋ ਰਹੀ ਹੈ। ਐਡਮਿਨਿਸਟ੍ਰੇਟਿਵ ਫੈਡਰਲਿਜ਼ਮ ਹੈ ਕਿ ਆਈਏਐਸਾਂ ਦੇ ਥਰੂ, ਆਈਪੀਐਸਾਂ ਦੇ ਥਰੂ ਤੁਸੀਂ ਪੂਰਾ ਕੰਟਰੋਲ ਕਰਦੇ ਹੋ ਔਰ ਆਪਣੀ ਮਰਜ਼ੀ ਦੇ ਨਾਲ ਡੈਪੂਟੇਸ਼ਨ ਤੇ ਲਿਆਉਣਾ ਬਿਨਾਂ ਸਟੇਟ ਗਵਰਨਮੈਂਟਾਂ ਨੂੰ ਪੁੱਛੋ ਵਗੈਰਾ ਵਗੈਰਾ। ਇਸ ਕਰਕੇ ਢਾਹ ਜਿਹੜੀ ਹੈਗੀ ਹੈ ਹਰ ਪ੍ਰਕਾਰ ਦੇ ਫੈਡਰਲਿਜ਼ਮ ਨੂੰ ਲੱਗੀ ਹੋਈ ਹੈ। ਮੈਂ ਹੁਣ ਤੁਹਾਡੀ ਜਿਹੜੀ ਗੱਲ ਤੇ ਆ ਰਿਹਾ ਕਿ ਬਾਈਕਾਟ ਜਿਹੜਾ ਹੈਗਾ ਸਟੇਟਾਂ ਦੁਆਰਾ ਬਾਈਕਾਟ ਜਿਹੜਾ ਹੈਗਾ ਉਹ ਯੂਪੀਏ ਦੇ ਟਾਈਮ ਤੇ ਸ਼ੁਰੂ ਹੋ ਗਿਆ ਸੀਗਾ। ਇਹ ਨਰਿੰਦਰ ਮੋਦੀ ਔਰ ਦੂਸਰੇ ਕਈ ਉਸ ਵੇਲੇ ਬੀਜੇਪੀ ਦੇ ਜਿਹੜੇ ਸੀਐਮਸ ਹੁੰਦੇ ਸੀਗੇ, ਉਹਨਾਂ ਨੇ ਬਾਈਕਾਟ ਕਰਨੇ ਸ਼ੁਰੂ ਕਰਤੇ ਸੀਗੇ ਸੀਐਮ ਦੀਆਂ ਮੀਟਿੰਗਾਂ ਦਾ, ਜਾਂ ਜਿਸ ਵੇਲੇ ਕੋਈ ਕਾਲ ਹੁੰਦੀ ਸੀ। ਹੁਣ ਉਹ ਵੱਧਦਾ ਚਲਾ ਜਾ ਰਿਹਾ, ਇੰਨਾ ਵੱਧ ਗਿਆ ਕਿ ਨੀਤੀ ਆਯੋਗ ਜਿਹੜਾ ਨਵਾਂ ਬਣਿਆ ਹੈ ਉਹਦੇ ਵਿੱਚ ਬਹੁਤ ਸਾਰੇ ਸੀਐਮ, ਪਿੱਛੇ ਜੇ ਵੀ ਮੀਟਿੰਗ ਹੋਈ ਹੈ, ਉਹ ਆਪਣੇ ਆਪ ਨੂੰ ਐਬਸੈਂਟ ਕਰਦੇ ਹੀ ਨਹੀਂ ਬਲਕਿ ਡਿਕਲੇਅਰਡਲੀ ਐਬਸੈਂਟ ਕਰਦੇ ਆ, ਉਹਦੇ ਪਰ ਬੋਸਟ ਕਰਦੇ ਆ ਅਸੀਂ ਨਹੀਂ ਆਵਾਂ। ਉਹ ਕੋਈ ਉਹਦੇ ਵਿੱਚ ਕੋਈ ਇਹ ਨਹੀਂ ਕਹਿੰਦੇ ਵੀ ਕੋਈ ਬਹਾਨਾ ਨਹੀਂ ਬਣਾਉਂਦੇ, ਬਲਕਿ ਕਹਿੰਦੇ ਸਿਰਫ ਸ਼ਰੇਆਮ ਅਸੀਂ ਨਹੀਂ ਆਉਣਾ। ਉਹਦੀ ਵਜ੍ਹਾ ਹੈਗੀ ਹੈ ਕਿਉਂਕਿ ਉਹਨਾਂ ਨੂੰ ਇਹ ਲੱਗ ਰਿਹਾ ਹੈ ਕਿ ਸਾਨੂੰ ਦਿਨ ਪ੍ਰਤੀ ਦਿਨ ਉੱਥੇ ਪ੍ਰਤਾੜਿਤ ਕੀਤਾ ਜਾਂਦਾ ਹੈ, ਵਨ ਮੈਨ ਸ਼ੋ ਹੁੰਦਾ ਹੈ, ਮੋਨੋਲੌਗ ਹੁੰਦਾ ਹੈ, ਕੋਈ ਡਾਇਲੌਗ ਨਹੀਂ ਹੁੰਦਾ ਨੀਤੀ ਆਯੋਗ ਦੀਆਂ ਮੀਟਿੰਗਾਂ ਦੇ ਵਿੱਚ। ਉਹ ਸੀਐਮ ਕਹਿੰਦੇ ਭਾਈ ਸਾਹਿਬ ਅਸੀਂ ਭਾਸ਼ਣ ਸੁਣਨ ਥੋੜੀ ਆਇਆ, ਅਸੀਂ ਡਿਸਕਸ਼ਨ ਕਰਨ ਆਇਆ, ਅਸੀਂ ਡਿਬੇਟ ਕਰਨ ਆਇਆ। ਉੱਥੇ ਜੇ ਤੁਸੀਂ ਇੱਥੇ ਦੀ ਕੀ ਗੱਲ ਕਰਦੇ ਹੋ? ਪਾਰਲੀਮੈਂਟ ਦੇ ਵਿੱਚ ਆਪੋਜੀਸ਼ਨ ਬੋਲਦੀ ਹੈ ਤਾਂ ਉਹਨਾਂ ਦੇ ਮਾਈਕ ਜਿਹੜੇ ਹੈਗੇ ਆ ਆਫ ਕਰ ਦਿੱਤੇ ਜਾਂਦੇ ਆ। ਤਾਂ ਇਸ ਨੀਤੀ ਆਯੋਗ ਦੂਸਰੀਆਂ ਮੀਟਿੰਗਾਂ ਦੇ ਵਿੱਚ ਤਾਂ ਆਬਵੀਅਸਲੀ ਹੋ ਹੀ ਰਿਹਾ। ਔਰ ਇਹ ਸਾਰੀਆਂ ਚੀਜ਼ਾਂ ਦੀ ਵਜ੍ਹਾ ਕਰਕੇ ਜੋ ਗੱਲ ਸਾਨੂੰ ਨਜ਼ਰ ਆ ਰਹੀ ਹੈ ਇਸ ਵੇਲੇ ਉਹ ਹੀ ਹੈ ਕਿ ਅਸੀਂ ਸੰਵਿਧਾਨਕ ਨਗਾਰ ਵੱਲ ਜਾ ਰਹੇ ਹਾਂ ਔਰ ਉਹਦਾ ਸਿੱਟਾ ਬਹੁਤ ਵਧੀਆ ਜਿਹੜਾ ਹੈਗਾ ਉਹ ਦੇਸ਼ ਵਾਸਤੇ ਨਹੀਂ ਨਿਕਲਣ ਵਾਲਾ। ਅੱਜ ਮਨੀਪੁਰ ਦੇ ਵਿੱਚ ਹਾਲਾਤ ਹੈ, ਕੱਲ ਨੂੰ ਅਗਰ ਤੁਸੀਂ ਹਿੰਦੀ ਇੰਪੋਜ਼ ਕਰਨ ਦੀ ਗੱਲ ਕਰਦੇ ਹੋ ਤਾਂ ਸਾਊਥ ਦੇ ਵਿੱਚ ਇਹ ਹਾਲਾਤ ਹੈ। ਪੰਜਾਬ ਦੇ ਵਿੱਚ ਜਿਸ ਤਰੀਕੇ ਦੇ ਨਾਲ ਤੁਸੀਂ ਵਾਈਸ ਚਾਂਸਲਰਾਂ ਦੀ ਅਪਾਇੰਟਮੈਂਟ ਉਹਨਾਂ ਸਾਰਿਆਂ ਨੂੰ ਲੈ ਕੇ ਜੋ ਤੁਸੀਂ ਕਰ ਰਹੇ ਹੋ, ਕਾਨ ਇੰਸਟੀਟਿਊਸ਼ਨਸ ਦਾ, ਲੋਕਾਂ ਦਾ, ਰੌਣਕੀਰਾਮ ਜੀ ਨੇ ਗੱਲ ਕੀਤੀ ਹੈ, ਲੋਕ ਹੀ ਨਹੀਂ ਸਫਰ ਕਰਦੇ, ਇੰਸਟੀਟਿਊਸ਼ਨ ਸਭ ਤੋਂ ਜ਼ਿਆਦਾ ਸਫਰ ਕਰਦੇ ਆ। ਜਿਸ ਵੇਲੇ ਸੈਂਟਰ ਤੇ ਸਟੇਟਾਂ ਦੇ ਵਿੱਚ ਲੜਾਈ ਹੁੰਦੀ ਹੈ, ਗਵਰਨਰਾਂ ਤੇ ਸਟੇਟਾਂ ਦੇ ਵਿੱਚ ਲੜਾਈ ਹੁੰਦੀ ਹੈ ਔਰ ਉਹ ਚੀਜ਼ ਭੁਗਤ ਰਹੇ ਆ। ਤੁਸੀਂ ਇਮੇਜਿਨ ਕਰੋ ਕਿ ਤੁਹਾਡੀਆਂ ਯੂਨੀਵਰਸਿਟੀਆਂ ਜਿਨ੍ਹਾਂ ਨੇ ਕੱਲ ਨੂੰ ਤੁਹਾਡੀ ਅਗਲੀ ਪੀੜ੍ਹੀ ਪੈਦਾ ਕਰਨੀ ਹੈ, ਅਗਰ ਉਹ ਇਸ ਚੱਕਰ ਦੇ ਵਿੱਚ ਅਗਰ ਗਵਰਨਰ ਇੱਕ ਆਪਣੀ ਮਰਜ਼ੀ ਦਾ ਵਾਈਸ ਚਾਂਸਲਰ ਅਪਾਇੰਟ ਕਰ ਦਿੰਦਾ ਹੈ, ਸਟੇਟ ਗਵਰਨਮੈਂਟ ਨੂੰ ਪਸੰਦ ਨਹੀਂ ਹੈ, ਸਟੇਟ ਗਵਰਨਮੈਂਟ ਉਹਨੂੰ ਏਡ ਨਹੀਂ ਦਊਗੀ ਯੂਨੀਵਰਸਿਟੀ ਨੂੰ, ਉਹਦਾ ਉਹ ਪੱਠਾ ਬਿਠਾ ਦੂਗਾ ਤਾਂ ਇੰਸਟੀਟਿਊਸ਼ਨ ਸਫਰ ਕਰੂਗਾ, ਬੱਚੇ ਸਫਰ ਕਰਨਗੇ, ਅਲਟੀਮੇਟਲੀ ਸਟੇਟ ਸਫਰ ਕਰੂਗਾ ਤੇ ਲੋਕ ਸਫਰ ਕਰਨਗੇ। ਦਿਸ ਇਜ਼ ਵਾਟ ਇਜ਼ ਹੈਪਨਿੰਗ। ਠੀਕ ਔਰ ਪੋਲੀਟੀਕਲ ਪਾਰਟੀਜ਼ ਉਹ ਆਪਣੇ ਸਕੋਰ ਸੈਟਲ ਕਰਨ ਵਾਸਤੇ ਕਈ ਜਗ੍ਹਾ ਤੇ ਗਵਰਨਰਾਂ ਨੂੰ ਸਪੋਰਟ ਕਰ ਰਹੀਆਂ ਹਨ ਬਜਾਏ ਇਸਦੇ ਕਿ ਇਸ ਇਸ਼ੂ ਦੇ ਉੱਪਰ ਘੱਟੋ ਘੱਟ ਇਕੱਠੇ ਹੋਣ ਵੀ ਸੰਵਿਧਾਨਕ ਢਾਂਚੇ ਨੂੰ ਪੂਰੇ ਤਰੀਕੇ ਦੇ ਨਾਲ ਸੁਰੱਖਿਅਤ ਰੱਖਣ ਵਾਸਤੇ ਘੱਟੋ ਘੱਟ ਅਸੀਂ ਇਕੱਠੇ ਹਾਂ। ਲੇਕਿਨ ਉਹ ਉਲਟ ਰਿਹਾ। ਠੀਕ ਹੈ। ਵੈਸੇ ਅਵਨਾਸ਼ ਸਿੰਘ, ਡਾਕਟਰ ਖਾਲਿਦ ਨੇ ਗੱਲ ਕਹੀ ਹੈ ਕਿ ਸੰਵਿਧਾਨਕ ਸੰਕਟ ਵੱਲ ਅਸੀਂ ਵੱਧਦੇ ਪਏ ਹਾਂ, ਨਿਗਾਰ ਆ ਰਿਹਾ,
ਮੇਰਾ ਸਵਾਲ ਹੈ ਪ੍ਰਸਵਨਾਥ ਸਿੰਘ, ਅਸੀਂ ਬਾਹਰ ਜਾਂਦੇ ਆ ਗਲੋਬਲੀ, ਅਸੀਂ ਤਾਂ ਬੜੇ ਮਸ਼ਹੂਰ ਆ, ਬੜੇ ਇੰਪੋਰਟੈਂਟ ਆ, ਅਸੀਂ ਕੋਈ ਪੈਰੀ ਹੱਥ ਲਾ ਰਿਹਾ ਪ੍ਰਧਾਨ ਮੰਤਰੀ ਦੇ, ਕੋਈ ਜੱਫੀਆਂ ਪਾ ਰਿਹਾ, ਕੋਈ ਕਹਿੰਦਾ ਮੈਂ ਤੁਹਾਡੇ ਤੋਂ ਇੰਪ੍ਰੈਸ ਹੀ ਬੜਾ, ਤੁਸੀਂ ਭਵਿੱਖੋਂ, ਤੁਸੀਂ ਫਿਊਚਰ ਹੋ ਦੇਸ਼ ਦਾ, ਅਸੀਂ ਤੁਹਾਡੇ ਕੋਲੇ ਆਵਾਂਗੇ, ਤੁਸੀਂ ਸਾਡੇ ਕੋਲੇ ਆਓ, ਅਸੀਂ ਰਿਸ਼ਤੇ ਹੋਰ ਮਜ਼ਬੂਤ ਬਣਾਵਾਂਗੇ, ਫਿਰ ਅਸੀਂ ਕਹਿੰਦੇ ਵਿਸ਼ਵ ਗੁਰੂ, ਫਿਰ ਅਸੀਂ ਕਹਿੰਦੇ ਸੁਪਰ ਪਾਵਰ। ਪ੍ਰਸਵਨਾਥ ਸਿੰਘ, ਤੁਸੀਂ ਕਹਿ ਰਹੇ ਹੋ ਕਿ ਸੰਘੀ ਢਾਂਚਾ ਵਿਗੜ ਰਿਹਾ ਜੀ, ਰਿਸ਼ਤੇ ਖਰਾਬ ਹੋ ਰਹੇ ਆ, ਪ੍ਰਸਵਨਾਥ ਸਾਡੀ ਤਾਂ ਬੱਲੇ ਬੱਲੇ ਹੋਈ ਪੂਰੀ ਦੁਨੀਆ ਵਿੱਚ ਸਰ। ਪ੍ਰਸਵਨਾਥ ਸਿੰਘ ਬਿਲਕੁਲ ਠੀਕ ਹੈ ਜੀ, ਇਹਨੂੰ ਅਸੀਂ ਬੁਲਡੋਜ਼ਿੰਗ ਕਹਿੰਦੇ ਆ। ਸਭ ਤੋਂ ਪਹਿਲਾਂ ਇੱਕ ਅੱਧਾ ਕੁਝ ਸੈਕਿੰਡ ਮਨੀਪੁਰ ਜੋ ਹੋ ਰਿਹਾ ਹੈ, ਇਹ ਸਿਵਲ ਵਾਰ ਵੱਲ ਵਧਣ ਦਾ ਇਸ਼ਾਰਾ ਨਹੀਂ ਹੈ, ਔਰ ਇਹ ਡਾਕਟਰ ਮਨਜੀਤ ਸਿੰਘ ਹੋਰਾਂ ਨੇ ਬਹੁਤ ਕਲੀਅਰਲੀ ਕਹਿ ਦਿੱਤਾ, ਬਾਕੀ ਪੈਨਲਿਸਟ ਨੇ ਵੀ ਬਹੁਤ ਕਲੀਅਰਲੀ ਕਿਹਾ ਵੀ ਜੇ ਇਹਨੂੰ ਨਹੀਂ ਰੋਕਿਆ ਗਿਆ ਇਹ ਸਾਰੇ ਦੇਸ਼ 'ਚ ਵੱਧ ਸਕਦਾ ਹੈ। ਇਹਦੇ ਤੇ ਇਸ ਵੇਲੇ ਠੱਲ ਪਾਉਣ ਦੀ ਜ਼ਰੂਰਤ ਹੈ। ਜਿੱਦਾਂ ਸਾਡੀ ਸੈਂਟਰਲ ਏਜੰਸੀ ਹੈ, NIA ਹੈ, ਰॉ ਹੈ, CBI ਹੈ, ED ਹੈ, ਇਨਕਮ ਟੈਕਸ ਡਿਪਾਰਟਮੈਂਟ ਹੈ, ਅਸੀਂ ਕਿੰਨੀ ਕੁ ਦੇਰ ਉਹਨਾਂ ਦਾ ਮਿਸਯੂਜ਼ ਕਰ ਲਵਾਂਗੇ। ਔਰ ਮੈਂ ਤੁਹਾਨੂੰ ਛੋਟੀ ਜਿਹੀ ਇੱਕ ਐਗਜ਼ਾਮਪਲ ਪੰਜਾਬ ਦੀ ਦੱਸ ਦਿੰਦਾ। ਇੱਕ ਬੰਦੇ ਨੇ ਅੱਜ ਤੋਂ ਜਾਂ ਇੱਕ ਜਿਹੜੀ SIT ਸੀ, ਉਹਨੇ 5 ਸਾਲ ਪਹਿਲਾਂ ਇੱਕ ਰਿਪੋਰਟ ਪੇਸ਼ ਕੀਤੀ। ਸਾਡੀ ਬੇਸਿਕ ਪ੍ਰੋਬਲਮ ਕੀ ਸੀ? ਡਰੱਗਸ ਨੂੰ ਠੱਲ ਪਾਉਣ ਦੇ ਲਈ 5 ਸਾਲ ਪਹਿਲਾਂ ਇੱਕ ਰਿਪੋਰਟ, ਜਿਹਦੇ ਲਈ ਜਿਹੜੀ SIT ਦਾ ਗਠਨ ਕੀਤਾ ਸੀ ਉਹ ਜਸਟਿਸ ਸੂਰਿਆਕਾਂਤ ਨੇ ਕੀਤਾ ਸੀ, ਅੱਜ ਸੁਪਰੀਮ ਕੋਰਟ 'ਚ ਨੇ, ਲੇਕਿਨ 5 ਸਾਲ ਉਹ ਰਿਪੋਰਟ ਨਹੀਂ ਖੁੱਲੀ। ਜਦੋਂ ਰਿਪੋਰਟ ਖੁੱਲ ਗਈ ਉਸ ਵੇਲੇ ਜਿਹੜਾ ਉਹ SIT ਦਾ ਹੈਡ ਸੀ ਉਹਦੇ ਤੇ 7-8 ਨਕਲੀ ਕੇਸ ਪਾ ਕੇ ਉਹ ਚੁੱਪ ਕਰਾਉਣ ਦੀ ਕੋਸ਼ਿਸ਼ ਕੀਤੀ ਜਾਂਦੀ ਹੈ। ਔਰ ਸਾਡੇ ਹੀ ਬੰਦੇ ਜਿਹੜੇ ਪੰਜਾਬ ਦੇ IPS ਆਫੀਸਰਸ ਨਿਕਲ ਕੇ, ਕੋਈ NIA 'ਚ ਬੈਠਾ ਸੀ, ਕੋਈ ਰॉ ਦੇ ਵਿੱਚ ਬੈਠਾ ਸੀ, ਕੋਈ CBI 'ਚ ਜਾਣ ਦੀ ਕੋਸ਼ਿਸ਼ ਕਰ ਰਿਹਾ ਸੀ। ਕੀ ਹੋ ਰਿਹਾ ਹੈ ਇਸ ਵੇਲੇ? ਲੈਦਰ ਹੰਟਿੰਗ ਅਸੀਂ ਕਹਿੰਦੇ ਆ ਵੀ ਵਨ ਪਾਰਟਿਕੂਲਰ ਪਰਸਨ ਜਿਹੜਾ ਕਿ ਬੋਲਣਾ ਚਾਹੁੰਦਾ ਜਾਂ ਜਿਹੜੀ ਸਾਡੀ ਡਰੱਗਸ ਮੈਨੇਜ ਨੂੰ ਠੱਲ ਪਾਉਣਾ ਚਾਹੁੰਦਾ ਸੀ, ਇਸ ਵੇਲੇ ਅਸੀਂ ਨਕਲੀ ਕੇਸ ਲਗਾ ਕੇ 7 ਨਕਲੀ ਕੇਸ, ਇਨਕਲੂਡਿੰਗ ਜੇ ਤੁਹਾਨੂੰ ਯਾਦ ਹੋਵੇ ਕਿ ਉਸ ਵੇਲੇ ਪ੍ਰਧਾਨ ਮੰਤਰੀ ਕੁਰਸੀਆਂ ਖਾਲੀ ਸੀ ਤੇ ਪਹੁੰਚਿਆ ਨਹੀਂ ਫਿਰੋਜ਼ਪੁਰ, ਤੇ ਅਸੀਂ ਕਹਿ ਦਿੱਤਾ ਭਈ ਜਨਾਬ ਚੰਨੀ ਸਾਹਿਬ ਨੂੰ ਕਹਿ ਦੇਣਾ ਮੈਂ ਬਚ ਕੇ ਵਾਪਸ ਚਲਾ ਗਿਆ। ਇਹ ਸਾਰਾ ਕੁਝ ਇਸ ਪਾਸੇ ਵੱਲ ਇਸ਼ਾਰਾ ਕਰਦਾ ਹੈ। ਠੀਕ ਹੈ, ਇਸ਼ਾਰਾ ਸਿਰਫ ਇਹ ਕਰਦਾ ਹੈ। ਕਿਸੇ ਪੈਨਲਿਸਟ ਨੇ ਬਹੁਤ ਚੰਗੀ ਗੱਲ ਕਹੀ, ਆਪ ਖੁਦ ਰੇ ਡਿਸੀਜਨ। ਜਦੋਂ ਤੱਕ ਤੁਸੀਂ ਨੇਸ਼ਨ ਨੂੰ ਨਾਲ ਲੈ ਕੇ ਨਹੀਂ ਚੱਲੋਗੇ, ਉਹ ਨੀਤੀ ਆਯੋਗ ਦੇ ਵਿੱਚ ਬਿਲਕੁਲ ਸਹੀ ਗੱਲ ਹੈ ਕਿ ਨੀਤੀ ਆਯੋਗ ਦੇ ਵਿੱਚ ਕੋਈ ਕੰਮ ਦੀ ਗੱਲ ਹੁੰਦੀ ਨਹੀਂ। ਸਾਨੂੰ ਪਤਾ ਹੈ ਵੀ ਜਿਹੜੀਆਂ ਆਪੋਜੀਸ਼ਨ ਰੂਲ ਸਟੇਟਸ ਨੇ ਉਹਨਾਂ ਨੂੰ ਫੰਡਸ ਨਹੀਂ ਮਿਲਨੇ, ਡਿਜ਼ਾਸਟਰ ਫੰਡ ਨਹੀਂ ਮਿਲਨੇ, ਭਾਵੇਂ ਉੱਥੇ ਆਪਣਾ ਅਕਾਲ ਪੈ ਗਿਆ, ਭਾਵੇਂ ਉੱਥੇ ਡਰਾਊਟ ਹੋ ਗਿਆ, ਭਾਵੇਂ ਰੇਂਜ ਨਾਲ ਫਲੱਡਸ ਆ ਗਏ ਜਾਂ ਕੋਈ ਹੋਰ ਮਹਾਮਾਰੀ ਹੋ ਗਈ, ਉਹਨਾਂ ਨੂੰ ਫੰਡਸ ਨਹੀਂ ਮਿਲਨੇ। ਉਹਨਾਂ ਨੂੰ ਅਸੀਂ ਤਰਸਾਣਾ ਹੈ ਤੇ ਦੂਸਰੇ ਜਿਹੜੇ ਆਪਣੇ ਨੇ ਉਹਨਾਂ ਨੂੰ ਅਸੀਂ ਮੁੜ ਵੰਡੀ ਜਾਣਾ ਹੈ। ਇਹ ਕਿੱਥੋਂ ਤੱਕ ਚੱਲ ਸਕਦਾ? ਤੁਸੀਂ ਕਿਹਾ ਕਿ ਵਰਲਡ ਦੇ ਵਿੱਚ ਅਸੀਂ ਬੌਸ ਬਣ ਰਹੇ ਹਾਂ, ਇੱਕ ਗੁਬਾਰਾ ਹੈ ਬਹੁਤ ਵਧੀਆ ਫੁੱਲਿਆ ਹੋਇਆ ਹੈ, ਪਰ ਜੇ ਜਿਸ ਵੇਲੇ ਇਹ ਪੁਕਾਰਨਾ ਫਟ ਗਿਆ ਉਸ ਵੇਲੇ ਸਾਡੇ ਦੇਸ਼ ਦਾ ਠੀਕ ਹੈ। ਪ੍ਰੋਫੈਸਰ ਮਨਜੀਤ ਸਿੰਘ, ਜਿਹੜੀ ਗੱਲ ਤੁਸੀਂ ਸਾਰਿਆਂ ਨੇ ਕਹੀ ਹੈ ਕਿ ਸਟੇਟ ਤੇ ਕੇਂਦਰ ਦੇ ਵਿਚਾਲੇ ਜਿਹੜੀ ਦੂਰੀ ਹੈਗੀ ਉਹਦੇ ਤੁਸੀਂ ਕਾਰਨ ਸਾਰਿਆਂ ਨੇ ਗਿਣਾਤੇ ਆ। ਜਦੋਂ ਮੈਂ ਸਵਾਲ ਕਰਦਾ ਪੰਜਾਬ ਤੇ ਦਿੱਲੀ ਦੀ ਦੂਰੀ ਘਟਦੀ ਕਿਉਂ ਨਹੀਂ ਪਈ, ਤੁਸੀਂ ਉਦੋਂ ਕਹਿੰਦੇ ਹੋ ਕਿ ਕਦੇ ਵੀ ਘਟੀ ਨਹੀਂ ਸੀਗੀ। ਮੇਰਾ ਸਵਾਲ ਹੈ ਪ੍ਰੋਫੈਸਰ ਮਨਜੀਤ ਸਿੰਘ, ਜਿਹੜੀ ਕੇਂਦਰੀ ਏਜੰਸੀਆਂ ਹੈਗੀਆਂ ਉਹਨਾਂ ਵਾਸਤੇ ਕੋਈ ਦੂਰੀ ਨਹੀਂ ਹੁੰਦੀ, ਉਹ ਤਾਂ ਮਿੰਟੋ ਮਿੰਟੀ ਆ ਜਾਂਦੀਆਂ ਨੇ। ਉਹ ਆਪਣੇ ਆਪ 'ਚ ਇੱਕ ਵੱਡਾ ਕਾਰਨ ਬਣ ਰਹੇ। ਇਸ ਵੇਲੇ ED ਦਾ, CBI ਦਾ ਤੇ ਪਹਿਲਾਂ ਹੀ ਸੀ, ਹੁਣ ED ਦੀ ਇੰਨੇ ਵੱਡੇ ਪੱਧਰ ਤੇ ਰਾਜਨੀਤਿਕ ਵਰਤੋਂ ਹੋ ਰਹੀ ਹੈ, ਇੱਕ ਨਵੀਂ ਕਿਸਮ ਦੀ ਕਰਪਸ਼ਨ ਹੈ। ਤੁਸੀਂ ਜਿਹੜਾ ਵੀ ਵਿਰੋਧੀ ਕੋਈ ਦੇਖੋ, ਦੁੱਧ ਦਾ ਤੋਤਾ ਕੋਈ ਨਹੀਂ ਹੈ, ਮੈਂ ਸਾਫ਼ ਗੱਲ ਕਹਿ ਦਿਆਂ। ਇਹ ਨਹੀਂ ਹੈ ਕਿ ਜਿਹੜੀਆਂ ਰੀਜਨਲ ਪਾਰਟੀਆਂ ਹੈ, ਜਿਹੜੀਆਂ ਵਿਰੋਧੀ ਪਾਰਟੀਆਂ, ਉਹ ਸਾਰੀਆਂ ਬਹੁਤ ਸਾਫ਼ ਸੁਥਰੀਆਂ, ਚਿੱਟੇ ਬਗਲੇ ਤੇ ਬਾਕੀ ਕਾਲੇ ਕਾਂ ਹੈ। ਪਰ ਤੁਸੀਂ ਉਸ ਸਿਸਟਮ ਨੂੰ ਸੁਧਾਰਨ ਦੀ ਜਗ੍ਹਾ, ਤਾਂ ਕਿ ਕੋਈ ਬਹੁਤਾ ਉਸ ਇੱਧਰ ਉੱਧਰ ਹੱਥ ਮਾਰ ਹੀ ਨਾ ਸਕੇ, ਤੁਸੀਂ ਤੇ ਉਹਨਾਂ ਨੂੰ ਤੰਗ ਕਰਦੇ ਆ। ਜਿਹੜਾ ਕੋਲ ਚਲੇ ਜਾਣ ਉਹਨਾਂ ਦੇ, ਉਹ ਠੀਕ ਹੈ, ਉਹ ਸਾਰੇ ਹੀ ਕੈਪਟਨ ਅਮਰਿੰਦਰ ਸਿੰਘ ਤੋਂ ਲਾ ਕੇ ਇੱਥੇ ਤੇ ਅੱਧੀ ਕੈਬਨਿਟ ਹੀ ਕਾਂਗਰਸ ਦੀ ਵਿੱਚ ਜਾ ਕੇ ਬੈਠ ਗਈ। ਤੇ ਇਹ ਕੀ ਹੋ ਰਿਹਾ ਤੁਹਾਡੇ ਸਾਹਮਣੇ?
ਇਹ ਦੇਸ਼ ਨੂੰ ਕਮਜ਼ੋਰ ਕਰਨ ਲਈ ਹੈ ਕਿ ਦੇਸ਼ ਨੂੰ ਮਜ਼ਬੂਤ ਕਰਨ ਲਈ ਹੈ? ਬਹੁਤ ਬੁਰੀ ਹਾਲਤ ਆ ਪੰਜਾਬ ਦੇ ਅੱਧਿਓਂ ਵੱਧ ਜੀਓਗ੍ਰਾਫੀਕਲ ਏਰੀਆ ਚ ਬੀਐਸਐਫ ਨੂੰ ਤੁਸੀਂ ਲਿਆ ਕੇ ਬਿਠਾਤਾ ਹੈ। ਇਹ ਫੈਡਰਲਿਜ਼ਮ ਨਹੀਂ ਪ੍ਰਸਮਜੀਤ ਸਿੰਘ, ਮੈਂ ਆਪਣੇ ਦਰਸ਼ਕਾਂ ਨੂੰ ਕੀ ਜਵਾਬ ਦਊਂਗਾ? ਉਹਨਾਂ ਨੇ ਕਹਿਣਾ ਜਿਸ ਤਰੀਕੇ ਨਾਲ ਤੁਸੀਂ ਚਾਰੇ ਮਹਿਮਾਨਾਂ ਨੇ ਆਪਣੇ ਆਪਣੇ ਵਿਚਾਰ ਪੇਸ਼ ਕੀਤੇ, ਮੈਨੂੰ ਇਹ ਲੱਗਦਾ ਕਿ ਮੈਂ ਐਂਟੀ ਬੀਜੇਪੀ ਡਿਬੇਟ ਖੜੀ ਕਰਕੇ ਬਹਿ ਗਿਆ। ਪਰ ਜਦੋਂ ਫੈਡਰਲਿਜ਼ਮ ਦੀ ਗੱਲ ਹੋਊਗੀ ਕੇਂਦਰ ਦੇ ਵਿੱਚ ਜਿਹੜੀ ਵੀ ਪਾਰਟੀ ਹੋਊ, ਉਹ ਕਾਂਗਰਸ ਹੋਵੇ, ਕਾਂਗਰਸ ਨੇ ਘੱਟ ਨਹੀਂ ਕੀਤਾ, ਮੈਂ ਸਾਫ਼ ਕਹਿਣਾ ਬੀਜੇਪੀ ਦੀ ਨਹੀਂ ਗੱਲ ਹੈ। ਜਿਹੜੀ ਧਾਰਾ 370 ਤੇ ਬੀਜੇਪੀ ਨੇ ਹੁਣ ਹਟਾਈ ਹੈ ਨਾ, ਤੇ ਧਾਰਾ ਜਿਹੜਾ ਉਹਨਾਂ ਦੇ ਸੰਵਿਧਾਨ ਦਾ ਜਾਂ ਧਾਰਾ 370 ਦਾ ਅਸਲੀ ਜਿਸਟ ਸੀ, ਉਹਦੀ ਆਤਮਾ ਸੀ, ਜਾਂ ਉਹਦਾ ਜਿਹੜਾ ਅਸਲੀ ਕਰੈਕਟਰ ਸੀ, ਉਹ ਤਾਂ ਪਹਿਲਾਂ ਖਤਮ ਕਰਤਾ ਸੀਗਾ। ਉਹਨਾਂ ਦੇ ਚੀਫ ਮਿਨਿਸਟਰ ਪ੍ਰਧਾਨ ਮੰਤਰੀ ਦੀ ਜਗ੍ਹਾ ਚੀਫ ਮਿਨਿਸਟਰ ਬਣਾਤਾ, ਉਹਨਾਂ ਦੀ ਸੁਪਰੀਮ ਕੋਰਟ ਦੀ ਜਗ੍ਹਾ ਕੋਰਟ ਬਣਾਤੀ, ਉਹਨਾਂ ਦਾ ਗਵਰਨਰ ਜਿਹੜਾ ਲਾਤਾ ਵਜ਼ੀਰ, ਉਹ ਸਾਰੇ ਦੇ ਸਾਰਾ ਤੇ ਉਹਨਾਂ ਨੇ ਪਹਿਲਾਂ ਹੀ ਬਦਲ ਦਿੱਤਾ ਸੀਗਾ। ਇਸ ਲਈ ਫਿਰ ਤੁਸੀਂ ਇਹ ਗੱਲ ਕਹੋ ਨਾ ਪ੍ਰਸਮਜੀਤ ਸਿੰਘ, ਫਿਰ ਤੁਸੀਂ ਸਰ ਇਹ ਗੱਲ ਕਹੋ ਨਾ ਪ੍ਰਸਮਜੀਤ ਸਿੰਘ ਕਿ ਲਾਈਨ ਪਹਿਲਾਂ ਖਿੱਚੀ ਹੋਈ ਸੀ, ਲੰਬੀ ਕੀਤੀ ਜਾ ਰਹੀ ਹੈ ਹੁਣ, ਇਹ ਕਿਉਂ ਨਹੀਂ ਕਹਿ ਰਹੇ? ਲੰਬੀ ਵੀ ਕੀਤੀ ਜਾ ਰਹੀ ਹੈ ਤੇ ਗਹਿਰੀ ਵੀ ਕੀਤੀ ਜਾ ਰਹੀ ਹੈ, ਡੀਪ ਵੀ ਕੀਤੀ ਜਾ ਰਹੀ ਹੈ, ਜਿਹਦੇ ਕਰਕੇ ਬੜਾ ਡੇਂਜਰ ਹੈਗਾ। ਮੈਂ ਤਾਂਹੀਏ ਸ਼ਾਰਟ ਹੈਂਡ 'ਚ ਗੱਲ ਕਹਿਣ ਲਈ ਮੈਂ ਮਣੀਪੁਰ ਦਾ ਐਗਜ਼ਾਮਪਲ ਲਈ ਸੀਗੀ। ਇਹ ਅੰਦਰੋਂ ਅੰਦਰੀ ਹਾਲਤ ਪੂਰੇ ਦੇਸ਼ ਦੀ ਹੈਗੀ। ਚਲੋ ਮੈਂ ਛੋਟਾ ਬ੍ਰੇਕ ਲੈ ਲਾਂ ਸਰ, ਮੈਂ ਛੋਟਾ ਬ੍ਰੇਕ ਲੈ ਲਾਂ। ਬ੍ਰੇਕ ਤੋਂ ਬਾਅਦ ਆਖਰੀ ਹਿੱਸੇ ਵਿੱਚ ਅਸੀਂ ਹੋਵਾਂਗੇ। ਇਹਨਾਂ ਕੋਲੇ ਬਹੁਤ ਕੁਛ ਹੈਗਾ ਦੱਸਣ ਨੂੰ, ਬਹੁਤ ਕੁਛ ਹੈਗਾ ਵਿਚਾਰਨ ਨੂੰ, ਪਰ ਸਵਾਲ ਇਹ ਹੈਗਾ ਕਿ ਇਹਦਾ ਹੱਲ ਕੀ ਹੈਗਾ? ਇਸ ਸੰਕਟ ਦਾ ਜਿਹੜਾ ਸੰਕਟ ਸਾਡੇ ਅੱਗੇ ਖੜਾ ਹੋਇਆ, ਦਾ ਹੱਲ ਕੋਈ ਨਿਕਲ ਸਕਦਾ ਹੈ? ਕਿਉਂਕਿ ਫੰਡਸ ਵਾਸਤੇ ਤਰਲੇ ਕਰਨੇ ਪੈ ਰਹੇ ਆ, ਮਿਹਨਤਾਂ ਕਰਨੀਆਂ ਪੈ ਰਹੀਆਂ, ਫਿਰ ਚੇਤਾਵਨੀਆਂ ਵੀ ਦਿੱਤੀਆਂ ਜਾ ਰਹੀਆਂ ਕਿ ਮੈਂ ਬੈਠਕ ਵਿੱਚ ਨਹੀਂ ਆਊਂਗਾ, ਮੈਂ ਤੁਹਾਡੀ ਬੈਠਕ ਨਹੀਂ ਅਟੈਂਡ ਕਰੂੰਗਾ, ਮੈਂ ਲੈਕਚਰ ਨਹੀਂ ਸੁਣੂੰਗਾ, ਲੈਕਚਰ ਸੁਣਨ ਵਾਸਤੇ ਨਹੀਂ ਅਸੀਂ ਆਏਗੇ। ਸੂਬੇ ਦੇ ਹੱਕਾਂ ਤੇ ਕੌਣ ਡਾਕਾ ਕਦੋਂ ਮਾਰਦਾ ਰਿਹਾ? ਅਸੀਂ ਇਸ ਡਿਬੇਟ ਵੱਲ ਵਧਣ ਦੀ ਕੋਸ਼ਿਸ਼ ਕਰਦੇ ਹਾਂ, ਪਰ ਜਦੋਂ ਇਹ ਡਿਬੇਟ ਨੂੰ ਅੱਗੇ ਤੋਰਦੇ ਹਾਂ ਤਾਂ ਫਿਰ ਆ ਜਾਂਦਾ ਕਿ ਜਿਹੜੀ ਕੋਈ ਵੀ ਕੇਂਦਰ ਵਿੱਚ ਸਰਕਾਰ ਹੋਵੇ ਉਹ ਸਾਰੇ ਇੱਦਾਂ ਕਰਦੇ, ਫਿਰ ਹੱਲ ਕੀ ਹੈ? ਵਾਪਸ ਆ ਰਿਹਾ। ਇੱਕ ਵਾਰ ਤੁਹਾਡਾ ਸਵਾਗਤ ਕਰਦੇ ਹਾਂ। ਕਿਉਂ ਨਹੀਂ ਮਿਲਦੇ ਦਿਲ ਤੇ ਵੱਡਾ ਸਵਾਲ ਹੈ, ਸੂਬੇ ਤੇ ਕੇਂਦਰ ਦੀ ਸਾਂਝ ਵਾਲਾ ਢਾਂਚਾ ਦਿਨੋਂ ਦਿਨ ਵਿਗੜਦਾ ਕਿਉਂ ਜਾ ਰਿਹਾ? ਪ੍ਰੋਫੈਸਰ ਰੌਣਕੀਰਾਮ, 1.5 ਮਿੰਟ ਵਿੱਚ ਆਪਣੀ ਗੱਲ ਖਤਮ ਕਰ ਦਿਓ ਕਿਰਪਾ ਕਰਕੇ। ਪ੍ਰੋਫੈਸਰ ਰੌਣਕੀਰਾਮ, ਇਹ ਸ਼ਿਸ਼ਟਾਚਾਰ ਹੈ, ਸਾਨੂੰ ਗੁਲਦਸਤੇ ਲੈ ਕੇ ਜਾਣੇ ਪੈਂਦੇ ਆ। ਬਾਦਲ ਸਾਹਿਬ ਜਦੋਂ ਗੁਲਦਸਤੇ ਲੈ ਕੇ ਜਾਂਦੇ ਸੀ ਕਹਿੰਦੇ ਆਪਦਾ ਹੱਲ ਕੱਢ ਲਿਆਂਦੇ ਸੀਗੇ, ਪਰ ਜਿਹੜੇ ਹੁਣ ਮੁੱਖ ਮੰਤਰੀ ਜਾਂਦੇ ਆ, ਇਸ ਤੋਂ ਪਹਿਲਾਂ ਜੇ ਬਾਦਲ ਸਾਹਿਬ ਤੋਂ ਪਹਿਲਾਂ ਵਾਲੇ ਜਾਂ ਬਾਅਦ ਵਿੱਚ, ਉਹ ਕਹਿੰਦੇ ਹੱਲ ਨਹੀਂ ਨਿਕਲਦੇ, ਕਦੇ ਗੁਲਦਸਤੇ ਹੀ ਦੇ ਕੇ ਆਣੇ ਪੈਂਦੇ। ਪ੍ਰੋਫੈਸਰ ਰੌਣਕੀਰਾਮ, ਇਹ ਗੁਲਦਸਤਿਆਂ ਨਾਲ ਫੁੱਲਾਂ ਨਾਲ ਤਾਂ ਸਰ ਕੋਈ ਖੁਸ਼ਬੂ ਮਿਲਦੀ ਹੈ ਸਰ, ਕੋਈ ਸਾਂਝ ਪੈ ਸਕਦੀ ਹੈ, ਹੱਲ ਹੈਗਾ ਕੋਈ ਕਿ ਨਹੀਂ ਸਰ? ਸਭ ਗੱਲ ਇਦਾਂ ਹੈਗੀ ਆ ਕਿ ਜੇ ਹਰੇਕ ਸੂਬੇ ਦੇ ਲੋਕ ਆਪਣੀ ਕਨਸਟੀਟਿਊਂਸੀ ਵਿੱਚ ਆਪਣਾ ਪੂਰੀ ਤਰ੍ਹਾਂ ਅੱਛੀ ਤਰ੍ਹਾਂ ਰੋਲ ਅਦਾ ਕਰਨਗੇ ਤਾਂ ਫਿਰ ਗੁਲਦਸਤਿਆਂ ਦੀ ਵੈਲਿਊ ਪੈਗੀ, ਗੁਲਦਸਤੇ ਖਾਲੀ ਹੋਣਗੇ। ਕਾਰਨ ਕੀ ਹੁੰਦਾ ਹੈ ਕਿ ਜਦੋਂ ਰੀਜਨਲ ਪਾਰਟੀਆਂ ਆਪਣੀ ਹੋਂਦ ਗਵਾ ਬੈਠੀਆਂ ਨੇ, ਉਹ ਸੂਬੇ ਦੇ ਵਿੱਚ ਲੋਕਾਂ ਦੀਆਂ ਵੋਟਾਂ ਨਹੀਂ ਲੈ ਪਾ ਰਹੇ। ਲੋਕ ਚਾਹੁੰਦੇ ਨੇ ਇੱਕੋ ਪਾਰਟੀ ਜਿਹੜੀ ਸੈਂਟਰ 'ਚ ਹੋਏਗੀ, ਉਹੀ ਸਾਡੇ ਸਟੇਟ 'ਚ ਹੋਏਗੀ, ਅਸੀਂ ਬਹੁਤੇ ਫੰਡ ਲੈ ਲਵਾਂਗੇ। ਇਹ ਬੜਾ ਇੰਪੋਰਟੈਂਟ ਪੁਆਇੰਟ ਹੈ ਪ੍ਰੋਫੈਸਰ ਰੌਣਕੀਰਾਮ, ਬਹੁਤ ਇੰਪੋਰਟੈਂਟ ਪੁਆਇੰਟ ਹੈ ਇਹ, ਬੋਲੋ ਸਰ। ਤੇ ਜਦੋਂ ਸੂਬੇ ਦੀਆਂ ਪਾਰਟੀਆਂ ਲੋਕਾਂ ਦੀ ਖਿਦਮਤ ਨਹੀਂ ਕਰ ਪਾਉਂਦੀਆਂ, ਖਿਦਮਤ ਮਤਲਬ ਪ੍ਰੋਪਰਲੀ ਲੋਕਤੰਤਰਿਕ ਵਿਚਾਰਧਾਰਾ ਦੇ ਨਾਲ ਲੋਕਾਂ ਦੀ ਸੇਵਾ ਨਹੀਂ ਕਰ ਪਾਉਂਦੀਆਂ, ਲੋਕੀ ਬੇਵਕੂਫ ਹੋ ਜਾਂਦੇ ਨੇ, ਸੈਂਟਰ ਕੋਲ ਜਾਂਦੇ ਨੇ, ਉਹਨਾਂ ਨੂੰ ਲੱਗਦਾ ਸੈਂਟਰ ਕਰੇਗਾ। ਜਦੋਂ ਇੱਕੋ ਹੀ ਪਾਰਟੀ ਪੂਰੇ ਸਾਰੇ ਸੂਬਿਆਂ 'ਚ ਕਾਮਯਾਬ ਹੋ ਜਾਂਦੀ ਆ, ਉਹਦੇ 'ਤੇ ਕੀ ਹੁੰਦਾ ਕਿ ਜਿਹੜੀ ਰੀਜਨਲ ਪਾਰਟੀਆਂ ਨੇ ਲੋਕਾਂ ਦੀ ਗੱਲ ਕਹਿੰਦੀ ਹੁੰਦੀ ਆ, ਉਹ ਆਪਣੇ ਆਪ ਦੇ ਵਿੱਚ ਸੁੰਘੜ ਜਾਂਦੀਆਂ ਨੇ, ਫਿਰ ਇੱਕ ਕਨਫਰੰਟੇਸ਼ਨ ਸ਼ੁਰੂ ਹੋ ਜਾਂਦੀ ਆ। ਸਾਨੂੰ ਕਿਤੇ ਕਿਤੇ ਆਪਣੇ ਲੋਕਤੰਤਰ ਵਿੱਚ ਇਹ ਦੇਖਣਾ ਪਵੇਗਾ, ਅਸੀਂ ਫੈਡਰਲ ਸਟਰਕਚਰ ਦੀ ਰਾਖੀ ਖੁਦ ਕਰਨੀ ਆ, ਤੁਸੀਂ ਇੰਸਟੀਟਿਊਸ਼ਨ ਤੋਂ ਨਹੀਂ ਐਕਸਪੈਕਟ ਕਰ ਸਕਦੇ। ਹਾਂ, ਜਦੋਂ ਹੁਣ ਅਸੀਂ ਦੇਖ ਰਹੇ ਹਾਂ ਕਿ ਇੰਸਟੀਟਿਊਸ਼ਨ ਦੀ ਬੇਹਦਗੀ ਹੋ ਰਹੀ ਆ, ਇੰਸਟੀਟਿਊਸ਼ਨ ਟੁੱਟਦੇ ਜਾ ਰਹੇ ਨੇ, ਫਿਰ ਅਸੀਂ ਸੋਚਦੇ ਹਾਂ ਕਿ ਨਹੀਂ ਕੋਈ ਇੱਕ ਬੰਦਾ ਹੱਲ ਕਰੇਗਾ, ਫਿਰ ਤੁਸੀਂ ਜਿੰਨੇ ਮਰਜ਼ੀ ਗੁਲਦਸਤੇ ਲੈ ਜਾਓ, ਉੱਤੋਂ ਹੱਲ ਨਹੀਂ ਬਣਨਾ। ਉਹਦਾ ਆਪਣਾ ਪੁਆਇੰਟ ਜ਼ਰੂਰਤ ਹੈ ਕਿ ਤੁਸੀਂ ਕਿਵੇਂ ਰੀਜਨਲ ਪਾਰਟੀਆਂ ਨੂੰ ਸਟਰੋਂਗ ਕਰਦੇ ਨੇ, ਉਹ ਰੀਜਨਲ ਪਾਰਟੀਆਂ ਕਿਵੇਂ ਆਪਣੀ ਅੱਛੀ ਭੂਮਿਕਾ ਨਿਭਾਉਂਦੀਆਂ ਨੇ ਕਿ ਉਹ ਆਪਣੇ ਅਦਾਰੇ ਵਿੱਚ ਕਾਮਯਾਬ ਰਹਿਣ, ਲੋਕਾਂ ਨੂੰ ਵਧੀਆ ਪ੍ਰਸ਼ਾਸਨ ਦੇ ਪਾਉਣ, ਉਹਨਾਂ ਨੂੰ ਕਿਸੇ ਹੱਥ ਨਾਲ ਡਰੇ ਪੈਣ। ਠੀਕ ਹੈ ਡਾਕਟਰ ਖਾਲਿਦ, 1.5 ਮਿੰਟ ਵਿੱਚ ਆਪਣੀ ਗੱਲ ਖਤਮ ਕਰਿਓ। ਪ੍ਰੋਫੈਸਰ ਰੌਣਕੀਰਾਮ ਨੇ ਜਿਹੜਾ ਮੁੱਦਾ ਚੁੱਕਿਆ ਖੇਤਰੀ ਪਾਰਟੀਆਂ ਵਾਲਾ, ਤੁਹਾਨੂੰ ਲੱਗਦਾ ਕਿ ਖੇਤਰੀ ਪਾਰਟੀਆਂ ਨੇ ਆਪਣਾ ਵਜੂਦ ਆ ਜਿਹੜਾ ਆਪ ਹੀ ਕੇਂਦਰ ਦੇ ਹੱਥ ਦੇਤਾ, ਤੇ ਇਸ ਕਰਕੇ ਅੱਜ ਸਾਨੂੰ ਇਹ ਡਿਬੇਟ ਕਰਨੀ ਪੈ ਰਹੀ ਹੈ ਕਿ ਦੂਰੀਆਂ ਜਿਹੜੀਆਂ ਵੱਧਦੀਆਂ ਪਈਆਂ? ਡਾਕਟਰ ਖਾਲਿਦ, ਤੁਹਾਨੂੰ ਇਹ ਵਜ੍ਹਾ ਲੱਗਦੀ ਹੈ? ਜਿੰਨੀਆਂ ਖੇਤਰੀ ਪਾਰਟੀਆਂ ਪਹਿਲਾਂ ਉਹ ਆਪਣੀ ਟਰਫ ਆਪਣੀ ਸਪੇਸ ਨੂੰ ਬਚਾ ਕੇ ਰੱਖਦੀਆਂ ਸੀਗੀਆਂ, ਹੁਣ ਕੀ ਹੈ, ਹੁਣ ਉਹ ਪਿੱਗੀ ਬੈਕ ਹੁੰਦੀਆਂ ਨੈਸ਼ਨਲ ਪਾਰਟੀਆਂ ਦੇ ਇਲੈਕਸ਼ਨਾਂ ਜਿੱਤਣ ਵਾਸਤੇ, ਜਿਹਦੀ ਵਜ੍ਹਾ ਕਰਕੇ ਉਹ ਆਪਣਾ ਅਸਤਿਤਵ ਖੋ ਗਈਆਂ, ਖੋ ਬੈਠੀਆਂ ਨੇ। ਔਰ
ਉਹਦੇ ਨਾਲ ਕੀ ਹੋਇਆ ਕਿ ਜਿਹੜੀਆਂ ਖੇਤਰੀ ਪੋਲੀਟੀਕਲ ਪਾਰਟੀਆਂ ਹੈ ਉਹਨਾਂ ਦੇ ਵਿੱਚ ਇੰਟਰਨਲ ਸੈਂਟਰਲਾਈਜੇਸ਼ਨ ਬਹੁਤ ਹੋਈ ਹੈ। ਮੈਂ ਤੁਹਾਨੂੰ ਦੱਸਦਾ ਕਿ ਜਿੰਨੀਆਂ ਪੋਲੀਟੀਕਲ ਪਾਰਟੀਆਂ ਹੈ ਗੱਲ ਕਰਦੀਆਂ ਵੀ ਵਿਕੇਂਦਰੀਕਰਨ ਹੋਣਾ ਚਾਹੀਦਾ ਹੈ, ਡੀਸੈਂਟਰਲਾਈਜੇਸ਼ਨ ਆਫ ਪਾਵਰ ਹੋਣੀ ਚਾਹੀਦੀ ਹੈ। ਜਿੰਨੀਆਂ ਪੋਲੀਟੀਕਲ ਪਾਰਟੀਆਂ ਹੈ ਚਾਹੇ ਨੈਸ਼ਨਲ ਹੈ ਚਾਹੇ ਰੀਜਨਲ ਹੈ, ਕਿੰਨਾ ਕੁ ਉਹਨਾਂ ਦੇ ਅੰਦਰ ਇੰਟਰਨਲ ਡੈਮੋਕ੍ਰੇਸੀ ਹੈ? ਨॉट ਐਟ ਆਲ। ਔਰ ਉੱਥੇ ਵੀ ਕੀ ਕਰੋਗੇ, ਰੀਜਨਲ ਪੋਲੀਟੀਕਲ ਪਾਰਟੀਆਂ ਵੀ ਇੱਕ ਬੰਦੇ ਕੋਲ ਸਾਰੀ ਸੱਤਾ, ਨੈਸ਼ਨਲ ਪੋਲੀਟੀਕਲ ਪਾਰਟੀ ਦੇ ਵਿੱਚ ਵੀ ਇੱਕ ਦੋ ਬੰਦਿਆਂ ਕੋਲ ਸਾਰੀ ਸੱਤਾ। ਤਾਂ ਤੁਸੀਂ ਗੱਲ ਵਿਕੇਂਦਰੀਕਰਨ ਦੀ ਕਰਦੇ ਹੋ, ਫੈਡਰਲ ਸਟਰਕਚਰ ਦੀ ਗੱਲ ਕਰਦੇ ਹੋ, ਖੁਦ ਆਪ ਉਹਦੇ ਉੱਪਰ ਪੂਰਾ ਨਹੀਂ ਉਤਰਦੇ। ਦੂਸਰੀ ਗੱਲ ਇਹ ਹੈਗੀ ਹੈ, ਜਦ ਸਾਡੇ ਦਿਮਾਗ ਚੋਂ ਇਹ ਚੀਜ਼ ਨਿਕਲ ਜੂਗੀ ਕਿ ਵਨ ਨੇਸ਼ਨ ਵਨ ਇਲੈਕਸ਼ਨ, ਵਨ ਨੇਸ਼ਨ ਵਨ ਰਾਸ਼ਨ ਕਾਰਡ, ਵਨ ਨੇਸ਼ਨ ਵਨ ਕਲਚਰ, ਵਨ ਨੇਸ਼ਨ ਵਨ ਰਿਲੀਜਨ, ਇਸ ਤਰ੍ਹਾਂ ਦੀਆਂ ਗੱਲਾਂ ਇਸ ਵੇਲੇ ਸਾਹਮਣੇ ਆਉਣਗੀਆਂ ਤਾਂ ਡੈਫੀਨਿਟਲੀ ਉਹਦੇ ਵਿੱਚੋਂ ਪੁਆੜ ਨਿਕਲੂਗਾ, ਉਹਦੇ ਵਿੱਚੋਂ ਕੋਆਪਰੇਸ਼ਨ ਨਹੀਂ 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 ਖਾਲਿਦ ਸਾਹਿਬ ਇੱਕ ਮੈਂ ਅੱਧਾ ਮਿੰਟ ਤੁਹਾਨੂੰ ਹੋਰ ਦੇ ਰਿਹਾ। ਖਾਲਿਦ ਸਾਹਿਬ ਮੈਨੂੰ ਇੱਕ ਚੀਜ਼ ਦੱਸ ਦਿਓ, ਤੁਸੀਂ ਵਨ ਨੇਸ਼ਨ ਦੀ ਗੱਲ ਵਾਰ-ਵਾਰ ਕਰ ਰਹੇ, ਬਹੁਤ ਇੰਪੋਰਟੈਂਟ ਪੁਆਇੰਟ ਹੈ। ਜਿੱਥੇ ਸਰ ਅਸੀਂ ਵਨ ਨੇਸ਼ਨ ਦੀ ਗੱਲ ਕਰਦੇ ਉੱਥੇ ਜੁੜਨ ਦੀ ਗੱਲ ਹੁੰਦੀ ਹੈ, ਤੁਸੀਂ ਕਹਿ ਰਹੇ ਦੂਰੀਆਂ ਵੱਧਦੀਆਂ ਪਈਆਂ ਸਰ। ਮੈਂ ਕਿਹਾ ਜੀ ਜੁੜਨ ਦੀ ਗੱਲ ਤਾਂ ਹੋਵੇ ਜੇ ਤੁਸੀਂ ਸਾਰਿਆਂ ਨੂੰ ਨਾਲ ਲੈ ਕੇ ਚੱਲਣਾ ਚਾਹੁੰਦੇ ਹੋ ਨਾ। ਨਾਰਾ ਕੁਛ ਹੈ, सबका साथ सबका विकास, लेकिन विकास मेरा। ਉਹ ਚੀਜ਼ ਜਿਹੜੀ ਹੈਗੀ ਹੈ ਤੁਸੀਂ ਕਥਨੀ ਤੇ ਕਰਨੀ ਨੂੰ ਇਕੱਠਾ ਕਰੋ ਨਾ, ਫੇਰ ਤਾਂ ਗੱਲ ਬਣਦੀ ਹੈ। ਅਦਰਵਾਈਜ਼ ਕਹਿਣਾ ਕੁਛ ਹੈ ਕਰਨਾ ਕੁਛ ਹੈ, ਜਿਹਦੇ ਨਾਲ ਜਿਹੜਾ ਹੈਗਾ ਤੁਹਾਡਾ ਸਾਰਾ ਸੰਘੀ ਢਾਂਚਾ ਤਿੱਤਰ ਬਿੱਤਰ ਹੋ ਚੁੱਕਿਆ ਹੈ। ਸਰ ਖੇਤਰੀ ਪਾਰਟੀਆਂ ਨੇ ਤਾਂ ਫਿਰ ਆਪ ਹੀ ਹੱਥ ਵੱਢ ਕੇ ਦਿੱਤੇ ਆ ਨਾ ਜੀ, ਚਾਹੇ ਉਹ ਕੇਂਦਰ ਵਿੱਚ ਕੋਈ ਵੀ ਹੋਵੇ ਸਰ। ਖੇਤਰੀ ਪਾਰਟੀਆਂ ਜਿਹੜਾ ਚੈਲੰਜ ਸੀਗਾ ਉਹ ਚੈਲੰਜ ਖਤਮ ਹੋ ਚੁੱਕਿਆ ਹੈ। ਖੇਤਰੀ ਪਾਰਟੀਆਂ ਹੱਥ ਜੋੜਦੀਆਂ ਆਪਣੇ ਅਸਤਿਤਵ ਵਾਸਤੇ ਵੀ ਸਾਨੂੰ ਬਚਾ ਲਓ, ਅਸੀਂ ਤੁਹਾਡੇ ਨਾਲ ਰਲ ਕੇ ਚੱਲਦੇ ਹਾਂ। ਮੈਕਸਿਮਮ ਪੋਲੀਟੀਕਲ ਪਾਰਟੀਆਂ ਦਾ ਹੀ ਹੈਗਾ। ਜਾਂ ਫਿਰ ਉਹਨਾਂ ਦੇ ਮਗਰ ਈਡੀ ਪੈ ਜਾਊਗੀ, ਆਈਟੀ ਪੈ ਜਾਏਗੀ, ਹੋਰ ਸਾਰਾ ਕੁਝ ਹੋ ਜਾਏਗਾ। ਉਹਨਾਂ ਵਿੱਚੋਂ ਡਰਦੇ ਉਹ ਚੁੱਪ ਕਰਕੇ ਹੀ ਤਾਂ ਬੈਠੇ ਰਹਿੰਦੇ ਆ। ਦੇ ਆਰ ਪੁਸ਼ਡ ਟੂ ਸਾਇਲੈਂਸ। ਚਲੋ ਪ੍ਰਸਵਰਾਜ ਸਿੰਘ, ਖੇਤਰੀ ਪਾਰਟੀਆਂ ਦਾ ਕੰਮ ਸੀ ਆਪਦੇ ਖਿੱਤੇ ਲਈ ਕੰਮ ਕਰਨਾ, ਪਰ ਉਹ ਪਰਿਵਾਰ ਲਈ ਕੰਮ ਕਰਦੇ ਪਏ ਆ, ਨਿੱਜ ਲਈ ਕੰਮ ਕਰਦੇ ਪਏ ਪ੍ਰਸਵਰਾਜ ਸਿੰਘ। ਤੇ ਜਦੋਂ ਨਿੱਜ ਲਈ ਕੰਮ ਹੋਊਗਾ, ਪਰਿਵਾਰ ਲਈ ਕੰਮ ਹੋਊਗਾ, ਫਿਰ ਆਵਾਮ ਤਾਂ ਪਿੱਛੇ ਰਹਿ ਜੂਗੀ ਨਾ ਪ੍ਰਸਵਰਾਜ ਸਿੰਘ। ਹੁਣ ਕਹਿੰਦੇ ਆ ਸਾਨੂੰ ਬਚਾ ਲਓ, ਹੁਣ ਡੁੱਲੇ ਬਿਰਾਂ ਦਾ ਕੁਝ ਬਚੂਗਾ ਕਿ ਨਹੀਂ ਸਰ ਪ੍ਰਸਵਰਾਜ ਸਿੰਘ? ਇਹ ਤਾਂ ਹੁਣ ਤੁਹਾਨੂੰ ਦੇਖਣਾ ਜੀ ਕਿ ਇਹ ਸਾਰਾ ਕੁਝ ਜੋ ਹੋ ਰਿਹਾ ਹੈ ਬੜਾ ਵਧੀਆ ਇੱਕ ਪੈਟਰਨ ਹੈ ਜੀ। ਚਾਹੇ ਤੁਸੀਂ ਗੁਜਰਾਤ ਦੀ ਐਗਜ਼ਾਮਪਲ ਲੈ ਲਓ, ਇਸ ਵੇਲੇ ਹੁਣ ਥੋੜੇ ਦਿਨਾਂ 'ਚ ਨਾ ਇੱਕ ਫੁੱਟਣ ਵਾਲਾ ਹੈ ਵੀ ਗੁਜਰਾਤ ਦੇ ਵਿੱਚ ਨਾ ਕੋਈ ਬੜੀ ਵੱਡੀ ਇੰਟਰਨੈਸ਼ਨਲ ਸਪੋਰਟਸ ਇਵੈਂਟ ਦੀ ਅਨਾਉਂਸਮੈਂਟ ਹੋਣੀ ਹੈ। ਉਸੇ ਦੇ ਲਈ ਤਾਂ ਅਸੀਂ ਇੱਕ ਸਟੇਡੀਅਮ ਬਣਾ ਕੇ ਰੱਖਿਆ ਜਿਹਦਾ ਨਾਮ ਵੀ ਸਾਨੂੰ ਸਾਰਿਆਂ ਨੂੰ ਪਤਾ ਹੈ। ਹੁਣ ਉਹਦੇ ਵਿੱਚ ਬਹੁਤ ਵੱਡਾ ਜਿਹੜਾ ਹੈ ਕੰਪਨੀ ਵੀ ਆਊਗੀ ਜਿਹੜੀ ਬਿਡ ਕਰੇਗੀ ਕਿਸੇ ਵਰਲਡ ਲੈਵਲ ਦੇ ਕੰਪੀਟੀਸ਼ਨ ਲਈ। ਸਾਡੀ BCCI ਵੀ ਉਹਦੇ ਵਿੱਚ ਫੰਡਸ ਦੇਗੀ। BCCI ਦੇ ਵਿੱਚ ਪਰਿਵਾਰਵਾਦ ਹੈ ਕਿ ਨਹੀਂ ਹੈ, ਰੀਜਨਲ ਪਾਰਟੀਆਂ ਦੇ ਵਿੱਚ ਪਰਿਵਾਰਵਾਦ ਹੈ। ਤੁਸੀਂ ਇੱਕ ਬੜੀ ਵਧੀਆ ਗੱਲ ਕਹੀ ਕਿ ਵਰਲਡ ਦੇ ਵਿੱਚ ਤਾਂ ਸਾਡਾ ਵਜੂਦ ਐਜ਼ ਵਰਲਡ ਲੀਡਰ ਅੱਗੇ ਵਧੀ ਜਾ ਰਿਹਾ ਹੈ। ਉਹਦਾ ਜਵਾਬ ਇੱਕੋ ਹੀ ਸੀ, ਅੱਗਾ ਦੌੜ ਤੇ ਪਿੱਛਾ ਚੌੜ। ਅਸੀਂ ਘਰ ਵੱਲ ਧਿਆਨ ਮਾਰਨ ਨੂੰ ਤਿਆਰ ਹੀ ਨਹੀਂ ਹੈਗੇ। ਰੀਜਨਲ ਪਾਰਟੀਆਂ ਨੂੰ ਆਪਣੀ ਹੋਂਦ ਬਚਾਉਣ ਲਈ ਉਹਨਾਂ ਨੂੰ ਇਹ ਪਤਾ ਵੀ ਜਿਹੜੀ ਰੂਲਿੰਗ ਪਾਰਟੀ ਦਿਸਦੀ ਹੈ ਉਹਦੇ ਨਾਲ ਲੱਗ ਜਾਓ। ਤੁਸੀਂ ਹਰਿਆਣਾ ਦਾ ਹਾਲ ਦੇਖ ਸਕਦੇ ਹੋ। ਉਹ ਚਾਹੁੰਦੇ ਹੋਏ ਵੀ ਜਿਹੜੀ ਨੰਬਰ 2 ਪਾਰਟੀ ਹੈ ਉਹ ਬਾਹਰ ਨਿਕਲਣਾ ਚਾਹੁੰਦੇ ਹੋਏ ਵੀ ਨਹੀਂ ਨਿਕਲੀ, ਕਿਉਂਕਿ ਉਹਨਾਂ ਨੂੰ ਪਤਾ ਕਿ ਉਹਨਾਂ ਦੀ ਹੋਂਦ ਖਤਮ ਹੋ ਜਾਏਗੀ। ਇਹੀ ਹਾਲ ਦੂਸਰੀ ਰੀਜਨਲ ਪਾਰਟੀਆਂ ਦਾ ਹੈ। ਇਸ ਵੇਲੇ ਜਿਹੜਾ ਤੁਹਾਡਾ ਜਵਾਬ ਸੀ ਵੀ ਕੀ ਹੋ ਸਕਦਾ ਹੈ, ਨੈਸ਼ਨਲ ਗਵਰਨਮੈਂਟ ਵੱਲ ਜੇ ਵੱਧ ਸਕਦੇ ਆ, ਪਤਾ ਨਹੀਂ ਚੱਲੂ ਸਾਡੇ ਦੇਸ਼ 'ਚ ਕੁਝ ਚੱਲ ਸਕਦਾ ਹੈ ਕਿ ਨਹੀਂ। ਪਰ ਇਹ ਹੈ ਬਈ ਕਿਤੇ ਨਾ ਕਿਤੇ ਜਿਹੜਾ ਪੁਕਾਨਾ ਹੈ ਉਹ ਭਰਿਆ ਹੋਇਆ ਫੁੱਟ ਸਕਦਾ। ਚਲੋ ਪ੍ਰਸਵ ਜੀ ਸਰ ਲਾਸਟ ਕਮੈਂਟ ਸਰ, ਇਹ ਢਾਂਚਾ ਕਿਵੇਂ ਸੁਧਰੂਗਾ ਸਰ? ਬਿਲਕੁਲ ਦੇਖੋ, ਚੱਲੀ ਤੇ ਰਾਜਨੀਤੀ ਜਦੋਂ ਦੇਸ਼ ਆਜ਼ਾਦ ਹੋਇਆ, ਲੋਕਾਂ ਦੀ ਸੇਵਾ, ਕੌਮ ਦੀ ਸੇਵਾ, ਦੇਸ਼ ਨੂੰ ਮਜ਼ਬੂਤ ਕਰਨਾ ਉਸੇ ਤਰ੍ਹਾਂ ਹੀ ਸੀ। ਹੌਲੀ 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 ਖਿਸਕਦੀ ਇਹ ਤਜਾਰਤ ਬਣ ਗਈ। ਰਾਜਨੀਤੀ ਦੇ ਵਿੱਚ ਲੋਕ ਬਿਲਕੁਲ ਬਿਜ਼ਨਸ ਵਾਂਗੂ ਇਨਵੈਸਟ ਕਰਦੇ ਆ, ਮੋਟਾ ਪੈਸਾ ਇਨਵੈਸਟ ਕਰਦੇ ਆ ਤੇ 4 ਗੁਣਾ 5 ਗੁਣਾ 10 ਗੁਣਾ ਜਿਹਦਾ ਜਿੰਨਾ ਦਾ ਲੱਗਦਾ ਉਹ ਜਿਹੜਾ ਉਹਦਾ ਪ੍ਰਧਾਨ ਆ ਉਹ ਉਸ ਕੰਪਨੀ ਦਾ CEO ਆ। ਇਸ ਪੈਟਰਨ ਤੇ ਚੱਲ ਰਿਹਾ। ਫਿਰ ਉਹ ਕੱਲਾ ਇਹ ਹੀ ਨਹੀਂ ਕਿ 2 ਨੰਬਰੀ ਆ ਜਿਹੜੇ ਹੁਣ ਤੁਹਾਡੇ 48 ਬੰਦੇ ਤਹਿਸੀਲਦਾਰ ਤੇ ਨਾਇਬ ਤਹਿਸੀਲਦਾਰ ਉਹਨਾਂ ਦੇ ਨਾਂ ਘੁੰਮਦੇ ਫਿਰਦੇ ਆ। ਇਹ ਸਾਰਾ ਕੁਛ ਹੀ ਇਸੇ ਤਰ੍ਹਾਂ ਦਾ ਹੈ। ਉਹਦੇ ਵਿਚਾਰੇ ਐਵੇਂ ਜਿਨ੍ਹਾਂ ਦਾ ਨਾਂ ਆ ਗਿਆ ਐਵੇਂ ਬਦਨਾਮ ਹੋ ਰਹੇ ਆ। ਜਦੋਂ ਇਹ ਕੁਛ ਚੱਲ ਰਿਹਾ ਤੇ ਨਾਲੋਂ ਨਾਲ ਜਿਹੜੇ ਬਾਕੀ ਵੀ ਕਬਜ਼ੇ ਚੱਲ ਰਹੇ, ਕੱਲਾ ਇਹ ਹੀ ਨਹੀਂ ਹੈ,
ਆਪਣੇ ਬਿਜ਼ਨਸ ਵਧਾਉਣੇ, ਆਪਣਾ ਕੁਝ ਕਰਨਾ, ਕਿਹੜਾ ਨਹੀਂ ਕਰ ਰਿਹਾ। ਇਸ ਲਈ ਰਾਜਨੀਤੀ ਦਾ ਜਿਹੜਾ ਅਸਲੀ ਮਕਸਦ ਸੀ ਇੱਕ ਡੈਮੋਕ੍ਰੇਸੀ 'ਚ, ਉਹਦੇ 'ਚੋਂ ਸਾਡੀ ਰਾਜਨੀਤਿਕ ਜਮਾਤ ਬਹੁਤ ਦੂਰ ਚਲੇਗੀ। ਉਹਦੇ 'ਚ ਰੀਜਨਲ ਪਾਰਟੀਆਂ ਵੀ ਆ, ਕੇਂਦਰੀ ਤੇ ਹੈ ਹੀ ਹੈ। ਨਹੀਂ, ਨੀਤੀ ਆਊਟ ਹੋ ਗਈ, ਕੱਲਾ ਰਾਜ ਰਹਿ ਗਿਆ। ਬਿਲਕੁਲ, ਰਾਜ ਮੇਵਾ ਜੋ ਵੀ ਲੁੱਟ ਖਸੁੱਟ, ਮੈਂ ਕਹਿੰਦਾ ਇਹ ਅਸਲ 'ਚ ਇੱਕ ਕਿਸਮ ਦੇ ਆਰਗੇਨਾਈਜ਼ਡ ਗੈਂਗਸਟਰ ਨੁਮਾ ਸਾਡੀ ਰਾਜਨੀਤੀ ਹੈਗੀ ਆ। ਕਰਕੇ ਕਿਸੇ ਇਹ ਬੜਾ ਸਖਤ ਸ਼ਬਦ ਹੈ ਪ੍ਰਸਮ ਜੀ, ਸੇ ਥੋੜਾ ਹਲਕਾ ਕਰ ਲਓ। ਬਿਲਕੁਲ ਉਸੇ ਨੁਮਾ, ਉਸ ਤਰੀਕੇ ਨਾਲ, ਉਸ ਪੈਟਰਨ 'ਚ ਕਰਦੇ ਆ। ਤੁਹਾਡੇ ਸਾਹਮਣੇ ਕੋਠੀ ਦਾ ਮਾਮਲਾ ਕੱਟ ਬਕਿਆ, ਧੱਕੇ ਨਾਲ ਕੋਠੀ ਤੇ ਕਬਜ਼ਾ ਕਰ ਲਿਆ ਕਿ ਨਹੀਂ, ਚਾਬੀ ਨਹੀਂ ਦਿੱਤੀ ਉਹਨਾਂ ਨੂੰ, ਜੋ ਮਰਜ਼ੀ ਕਰ ਲਓ। ਇਹ ਗੁੰਡਾਗਰਦੀ ਨਹੀਂ ਤੇ ਹੋਰ ਕੀ ਹੈ। ਚਲੋ, ਇਹ ਗੱਲ ਮੈਂ ਤੁਹਾਨੂੰ ਬੜੇ ਜ਼ਿੰਮੇਵਾਰੀ ਨਾਲ ਕਹਿ ਰਿਹਾ। ਹਾਲਾਂਕਿ ਬਹੁਤ ਸ਼ਰੀਫ ਲੋਕਾਂ ਚੋਂ ਆ, ਜਿਹੜੇ ਦੂਸਰਿਆਂ ਦੇ ਹੱਥ ਲੱਗਦੇ ਉਹ ਤੇ ਕਿਸੇ ਨੂੰ ਸਮਝਦੇ ਕੁਝ ਨਹੀਂ ਹੈ, ਉਹਨਾਂ ਦੇ ਨੱਕ 'ਚੋਂ ਠੂਏ ਗਿਰਦੇ। ਮੈਂ ਲਾਸਟ ਗੱਲ ਕਹਿ ਰਿਹਾ, ਸਾਡੀ ਸੋਚ ਹੀ ਫੈਡਰਲਿਜ਼ਮ ਵਾਲੀ ਨਹੀਂ, ਸਾਡੀ ਵਿਚਾਰਧਾਰਾ ਹੀ ਫੈਡਰਲਿਜ਼ਮ ਵਾਲੀ ਨਹੀਂ। ਕਿਹਦੇ ਰਾਹੀਂ ਤੁਸੀਂ ਇੱਥੇ ਫੈਡਰਲਿਜ਼ਮ ਲਿਆਓਗੇ? ਇਹ ਦਿੱਕਤ ਹੈਗੀ। ਔਰ ਲਾਸਟ ਇੱਕੋ ਗੱਲ, ਨਿੱਕੀ ਗੱਲ, ਜੇ ਫੈਡਰਲਿਜ਼ਮ ਸੱਚੀ ਚਾਹੁੰਦੇ ਆ ਨਾ, ਇਹ ਜੋ ਰੌਣਕੀ ਰਾਮ ਜੀ ਵੀ ਕਹਿ ਰਹੇ ਆ, 29 ਦੇ 29 ਡਿਪਾਰਟਮੈਂਟ ਪੰਚਾਇਤਾਂ ਨੂੰ ਦਿਓ ਪਹਿਲਾਂ। ਇਹ ਸੂਬਿਆਂ 'ਚ ਆ ਕੇ ਕਿਉਂ ਟਿਕੇ ਜੀ? ਸੂਬੇ ਲੈਵਲ ਤੇ ਕਿਉਂ ਫੈਡਰਲਿਜ਼ਮ ਆ ਕੇ ਰੁਕ ਜੇ? ਔਰ 18 ਦੇ 18 ਡਿਪਾਰਟਮੈਂਟ ਜਿਹੜੇ ਅਰਬਨ ਲੋਕਲ ਬਾਡੀਜ਼ ਨੂੰ ਟ੍ਰਾਂਸਫਰ ਕੀਤੇ ਜਾਣ, ਤਾਂ ਅਸਲੀ ਫੈਡਰਲਿਜ਼ਮ ਦੇ ਮੈਂ ਮਤਲਬ ਸਮਝੂ। ਚਲੋ, ਮੈਂ ਕੋ ਵਕਤ ਹੋਣ ਘੱਟ। ਪੰਚਾਇਤ ਇਲੈਕਸ਼ਨ ਜਿਹੜੀਆਂ ਨੇ ਉਹ ਬਿਲਕੁਲ ਸ਼ਾਮ ਨੇ, ਕਿਸੇ ਸੂਬੇ ਦੇ ਵਿੱਚ ਪੰਚਾਇਤ ਇਲੈਕਸ਼ਨ ਦੇਖ ਲਓ, ਉਹੀ ਹੁੰਦਾ ਜਿਹੜੀ ਰੂਲਿੰਗ ਪਾਰਟੀ ਹੁੰਦੀ ਹੈ, ਧੱਕੇ ਨਾਲ ਜਾਂਦੀ ਹੈ। ਚਲੋ, ਹਾਂਜੀ ਕੇਪੀ ਜੀ, ਗੱਲ ਇਹ ਹੈ ਕਿ ਤੁਸੀਂ ਬੜਾ ਅੱਛਾ ਸਵਾਲ ਕੀਤਾ ਸੀ ਕਿ ਵਿਦੇਸ਼ ਵਿੱਚ ਬੜਾ ਨਾਮ ਹੋ ਰਿਹਾ ਤੇ ਦੇਸ਼ ਵਿੱਚ ਨਹੀਂ ਹੋ ਰਿਹਾ। ਇਸ ਗੱਲ ਨੂੰ ਮੰਨ ਕੇ ਚਲੋ, ਜਿਹੜੀ ਰਾਜਨੀਤੀ ਦਾ ਖਰੀਤਾ ਹੈਗਾ ਦੇਸ਼ ਦਾ, ਉਹਦਾ ਗ੍ਰਾਮਰ ਅਲੱਗ ਹੈ, ਜਿਹੜਾ ਅੰਤਰਰਾਸ਼ਟਰੀ ਹੈ ਉਹਦਾ ਅਲੱਗ ਹੈ। ਇਹ ਜ਼ਰੂਰੀ ਨਹੀਂ ਕੋਈ ਦੇਸ਼ ਦੇ ਅੰਦਰ ਗੜਬੜ ਹੈ ਤੇ ਉਹ ਅੰਤਰਰਾਸ਼ਟਰੀ ਲੈਵਲ ਤੇ ਉਹਦਾ ਵਿਕਾਰ ਉਦਾਂ ਦਾ ਹੋਵੇਗਾ। ਚਲੋ ਠੀਕ, ਚਲੋ ਇਸੇ ਗ੍ਰਾਮਰ ਨੂੰ ਸਮਝਣ ਦੀ ਮੈਂ ਕੋਸ਼ਿਸ਼ ਕਰ ਰਿਹਾ। ਪ੍ਰੋਫੈਸਰ ਮਨਜੀਤ ਸਿੰਘ ਤੁਹਾਡਾ ਬਹੁਤ ਧੰਨਵਾਦ, ਪ੍ਰੋਫੈਸਰ ਰੌਣਕੀ ਰਾਮ ਤੁਹਾਡਾ ਬਹੁਤ ਧੰਨਵਾਦ, ਡਾਕਟਰ ਖਾਲਿਦ ਤੁਹਾਡਾ ਬਹੁਤ ਧੰਨਵਾਦ, ਪ੍ਰੋਫੈਸਰ ਨਾਸਿਰ ਸਿੰਘ ਤੁਹਾਡਾ ਬਹੁਤ ਧੰਨਵਾਦ। ਇਹ ਸਾਰੇ ਜਿਹੜੇ ਮਹਿਮਾਨ ਬੈਠੇ ਸੀਗੇ, ਇਹਨਾਂ ਨੂੰ ਆਪਣੇ ਵਿਸ਼ੇ ਬਾਰੇ ਬਹੁਤ ਚੰਗੀ ਤਰ੍ਹਾਂ ਪਤਾ ਹੈਗਾ। ਇਹ ਗ੍ਰਾਮਰ ਦੀ ਗੱਲ ਕੀਤੀ ਅਖੀਰ ਦੇ ਵਿੱਚ, ਉਸੇ ਗ੍ਰਾਮਰ ਦੇ ਵਿਚਾਲੇ ਇੱਕ ਸ਼ੇਰ ਮੈਨੂੰ ਯਾਦ ਆ ਰਿਹਾ, ਸਫ਼ਰ ਲੰਬਾ ਹੈ ਦੋਸਤ ਬਣਾਤੇ ਰਹੀਏ, ਦਿਲ ਮਿਲੇ ਜਾਂ ਨਾ ਮਿਲੇ ਹਾਥ ਮਿਲਾਤੇ ਰਹੀਏ। ਸਿਰਫ ਹੱਥ ਮਿਲਾਉਣ ਤੱਕ ਜੇ ਸੀਮਤ ਰਵਾਂਗੇ, ਦਿਲ ਨਹੀਂ ਮਿਲਣਗੇ, ਤਾਂ ਫਿਰ ਵਾਰ-ਵਾਰ ਇਹੋ ਜਿਹੀ ਡਿਬੇਟ ਤੁਹਾਡੇ ਸਾਹਮਣੇ ਮੈਂ ਲੈ ਕੇ ਆਉਂਦਾ ਰਹੂੰਗਾ। ਬਹੁਤ ਧੰਨਵਾਦ।